ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, yesterday we read about what are the causes of the water scarcity, and today we read how we can escape from this scarcity, ਕਿ ਅਸੀਂ ਪਾਣੀ ਦੀ ਕਮੀ ਤੋਂ ਬਚ ਕਿਵੇਂ ਸਕਦੇ ਹਾਂ। ਸੋ ਵੀ ਸਟਾਰਟ ਫਰੋਮ ਹੇਅਰ। ਮਲਟੀਪਰਪਸ ਰਿਵਰ ਪ੍ਰੋਜੈਕਟ, ਨਦੀਆਂ ਦੇ ਉੱਪਰ ਬਣਾਏ ਗਏ ਬਹੁਪੱਖੀ ਪ੍ਰੋਜੈਕਟ। ਮਲਟੀਪਰਪਸ ਮੀਨ ਬਹੁਪੱਖੀ ਵਰਡ ਉਦੋਂ ਯੂਜ਼ ਕੀਤਾ ਜਾਂਦਾ ਹੈ ਜਦੋਂ ਅਸੀਂ ਇੱਕ ਵਰਕ ਤੋਂ ਬਹੁਤੇ ਜ਼ਿਆਦਾ ਬੈਨੀਫਿਟ ਲੈ ਰਹੇ ਹੋਈਏ, ਮਤਲਬ ਵਰਕ ਅਸੀਂ ਇੱਕ ਹੀ ਕਰ ਰਹੇ ਹਾਂ, ਉਹਦੇ ਉੱਪਰੋਂ ਅਸੀਂ ਕਈ ਤਰ੍ਹਾਂ ਦੇ ਬੈਨੀਫਿਟ ਪ੍ਰਾਪਤ ਕਰ ਰਹੇ ਹੋਈਏ। ਐਂਡ ਇੰਟੀਗ੍ਰੇਟਡ ਵਾਟਰ ਰਿਸੋਰਸਿਸ ਮੈਨੇਜਮੈਂਟ, ਅਤੇ ਏਕੀਕ੍ਰਿਤ ਪਾਣੀ ਸਾਧਨ ਪ੍ਰਬੰਧਨ, ਕਿ ਪਾਣੀ ਨੂੰ ਇਕੱਠਾ ਕਰਕੇ ਉਸ ਦਾ ਪ੍ਰਬੰਧ ਕਰਨਾ। ਕਹਿੰਦੇ ਹਾਊ ਡੂ ਵੀ ਕੰਜ਼ਰਵ ਐਂਡ ਮੈਨੇਜ ਵਾਟਰ, ਅਸੀਂ ਪਾਣੀ ਕਿਵੇਂ ਸੰਭਾਲ ਸਕਦੇ ਹਾਂ, ਕਿਵੇਂ ਇਸ ਦਾ ਪ੍ਰਬੰਧ ਕਰ ਸਕਦੇ ਹਾਂ। ਆਰਕੀਓਲੋਜੀਕਲ ਐਂਡ ਹਿਸਟੋਰੀਕਲ ਰਿਕਾਰਡਸ, ਆਰਕੀਓਲੋਜੀਕਲ ਮਤਲਬ ਪੁਰਾਤਨ ਰਿਕਾਰਡਸ ਹੈ ਜੋ ਜਾਂ ਇਤਿਹਾਸਕ ਰਿਕਾਰਡ ਆ, ਇਹ ਸਾਨੂੰ ਦੱਸਦੇ ਆ ਕਿ ਕਿਵੇਂ ਐਂਸ਼ੀਅੰਟ ਟਾਈਮ ਦੇ ਵਿੱਚ ਲੋਕਾਂ ਨੇ ਆਪਣੀ ਸੋਫਿਸਟੀਕੇਟਡ ਸੂਝ-ਬੂਝ ਦੇ ਨਾਲ ਹਾਈਡ੍ਰੋਲਿਕ ਸਟਰਕਚਰ, ਇੱਕ ਪਾਣੀ ਨੂੰ ਇਕੱਠਾ ਕਰਨ ਦੇ ਵਾਸਤੇ ਡੈਮਸ, ਸਟੋਨਰਬਲ ਰਿਜ਼ਰਵਰ, ਭੰਡਾਰ, ਲੇਕਸ, ਐਂਬੈਂਕਮੈਂਟ, ਬੰਨ ਐਂਡ ਕੈਨਲਸ ਫਾਰ ਇਰੀਗੇਸ਼ਨ, ਅਤੇ ਸਿੰਚਾਈ ਵਾਸਤੇ ਨਹਿਰਾਂ ਬਣਾਈਆਂ ਹੁੰਦੀਆਂ ਸਨ। ਨੋਟ ਸਰਪ੍ਰਾਈਜ਼ਿੰਗਲੀ ਵੀ ਹੈਵ ਕੰਟੀਨਿਊਡ ਦਿਸ ਟ੍ਰੈਡੀਸ਼ਨ, ਕਹਿੰਦੇ ਇਸ ਦੇ ਵਿੱਚ ਕੋਈ ਹੈਰਾਨਗੀ ਨਹੀਂ, ਅੱਜ ਵੀ ਅਸੀਂ ਜਿਹੜੇ ਅਜਿਹੀਆਂ ਮਾਡਰਨ ਸਮੇਂ ਦੇ ਵਿੱਚ ਵੀ ਅਜਿਹੀਆਂ ਪੁਰਾਣੀਆਂ ਰਵਾਇਤੀ ਤਕਨੀਕਸ ਆ ਉਹੀ ਯੂਜ਼ ਕਰਦੇ ਪਏ ਹਾਂ। ਹੇਅਰ ਦੇ ਗਿਵ ਹਾਈਡ੍ਰੋਲਿਕ ਸਟਰਕਚਰ ਇਨ ਐਂਸ਼ੀਅੰਟ ਟਾਈਮ, ਮਤਲਬ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਲੋਕਾਂ ਵੱਲੋਂ ਪਾਣੀ ਨੂੰ ਭੰਡਾਰ ਕੀਤਾ ਜਾਂਦਾ ਸੀ, ਸੰਭਾਲ ਕੇ ਰੱਖਿਆ ਜਾਂਦਾ ਸੀ। ਉਹਨਾਂ ਨੇ ਹਾਈਡ੍ਰੋਲਿਕ ਸਟਰਕਚਰ ਕਿਹੋ ਜਿਹੇ ਸਟਰਕਚਰ ਬਣਾਏ ਸੀ ਜਿਨ੍ਹਾਂ ਦੇ ਵਿੱਚ ਪਾਣੀ ਰੱਖਿਆ ਜਾਂਦਾ ਸੀ। ਉਹਨਾਂ ਦੇ ਵਿੱਚੋਂ ਕੁਝ ਸਟਰਕਚਰ ਔਰ ਉਹਨਾਂ ਦੇ ਐम्पायर ਰਾਜੇ ਦਾ ਨਾਮ ਦੱਸਿਆ ਗਿਆ ਹੈ ਔਰ ਡੇਟਸ ਦੱਸੀਆਂ ਗਈਆਂ ਜਿਸ ਸਮੇਂ ਉਹ ਬਣਾਈਆਂ ਗਈਆਂ ਸਨ। ਫਸਟ ਪੁਆਇੰਟ ਦੇ ਵਿੱਚ ਉਹਨਾਂ ਨੇ ਪਹਿਲੀ ਸੈਂਚੁਰੀ ਵਿੱਚ ਸ੍ਰਿੰਗਵਰਪੁਰਾ ਇਲਾਹਾਬਾਦ ਦੇ ਨੇੜੇ ਬਣੇ ਹੋਏ ਵਾਟਰ ਚੈਨਲ ਦਾ ਨਾਮ ਦੱਸਿਆ। ਵਾਟਰ ਹਾਰਵੈਸਟਿੰਗ ਮਤਲਬ ਪਾਣੀ ਨੂੰ ਜਮ੍ਹਾਂ ਰੱਖਣ ਵਾਲੀ ਜਗ੍ਹਾ, ਉਸ ਬਾਰੇ ਦੱਸਿਆ ਜਿਸ ਵਿੱਚ ਗੰਗਾ ਨਦੀ ਦੇ ਵਿੱਚ ਆਏ ਹੜ੍ਹਾਂ ਦੇ ਪਾਣੀ ਨੂੰ ਰੋਕ ਲਿਆ ਜਾਂਦਾ ਹੈ ਅਤੇ ਆਉਣ ਵਾਲੇ ਡਰਾਈ ਸੀਜ਼ਨ ਵਿੱਚ ਯੂਜ਼ ਕੀਤਾ ਜਾਂਦਾ ਸੀ। ਨੈਕਸਟ ਪੁਆਇੰਟ ਦੇ ਵਿੱਚ ਉਹਨਾਂ ਨੇ ਚੰਦਰਗੁਪਤ ਮੌਰਿਆ ਦੀ ਐਗਜ਼ਾਮਪਲ ਦਿੱਤੀ ਹੈ ਜਿਸ ਸਮੇਂ ਬਹੁਤ ਸਾਰੇ ਡੈਮਸ, ਲੇਕਸ ਇਰੀਗੇਸ਼ਨ ਸਿਸਟਮ ਵਾਸਤੇ ਬਣਾਏ ਗਏ। ਥਰਡ ਪੁਆਇੰਟ ਕਲਿੰਗਾ ਔਰ ਨਗਰ ਯੁਕਾਂਡਾ ਵਿੱਚ ਵੀ ਬਹੁਤ ਸਾਰੇ ਕਹਿੰਦੇ ਸੂਝਵਾਨ ਤਰੀਕੇ ਦੇ ਨਾਲ ਇਰੀਗੇਸ਼ਨ ਵਾਸਤੇ ਬਣਾਏ ਗਏ ਪ੍ਰੋਜੈਕਟਾਂ ਦੀ ਸਾਨੂੰ ਐਗਜ਼ਾਮਪਲ ਮਿਲਦੀ ਹੈ। ਅਜਿਹੇ ਪ੍ਰੋਜੈਕਟ ਸਟਰਕਚਰ ਬਨੂਰ ਦੇ ਵਿੱਚ, ਕੁਲਹਾਰਪੁਰ ਮਹਾਰਾਸ਼ਟਰ ਐਕਸੈਟਰਾ ਵਿੱਚ ਪ੍ਰਾਪਤ ਹੋ ਜਾਂਦੀ ਆ। ਮਤਲਬ ਬੇਸ਼ੱਕ ਇਹ ਪ੍ਰੋਜੈਕਟ ਸਾਨੂੰ ਪਹਿਲਾਂ ਵਾਲੀ ਸ਼ੇਪ ਦੇ ਵਿੱਚ ਨਾ ਮਿਲਦੇ ਹੋਣ, ਇਹਨਾਂ ਦੇ ਰਿਕਾਰਡਸ ਤੋਂ ਜਾਂ ਇਹਨਾਂ ਦੀਆਂ ਪੁਰਾਤੱਤਵ ਇਤਿਹਾਸਕਾਰਾਂ ਵੱਲੋਂ ਜੋ ਨਿਸ਼ਾਨੀਆਂ ਲੱਭੀਆਂ ਗਈਆਂ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾਂਦਾ ਕਿ ਪੁਰਾਤਨ ਸਮੇਂ ਦੇ ਵਿੱਚ ਕਿਵੇਂ ਲੋਕਾਂ ਵੱਲੋਂ ਪਾਣੀ ਦੀ ਜਿਹੜਾ ਵਾ ਸਾਂਭ ਸੰਭਾਲ ਕੀਤੀ ਜਾਂਦੀ ਅਤੇ ਵਾਧੂ ਪਾਣੀ ਨੂੰ ਕਿਵੇਂ ਆਪਣੇ ਕੋਲ ਜਾਂ ਆਸ-ਪਾਸ ਦੇ ਇਲਾਕੇ ਵਿੱਚ ਰੋਕ ਕੇ ਆਉਣ ਵਾਲੇ ਡਰਾਈ ਸੀਜ਼ਨ ਦੇ ਸਮੇਂ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਇਸ ਜਮ੍ਹਾਂ ਕੀਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਨੈਕਸਟ ਪੁਆਇੰਟ 11th ਸੈਂਚੁਰੀ ਦੇ ਵਿੱਚ ਉਹਨਾਂ ਦੱਸਿਆ ਭੋਪਾਲ ਲੇਕਸ ਵਨ ਆਫ ਦਾ ਲਾਰਜੈਸਟ ਆਰਟੀਫਿਸ਼ੀਅਲ ਲੇਕ ਆਫ ਇਟਸ ਟਾਈਮ ਵਾਜ਼ ਬੁਲਟ, ਕਿ 11ਵੀਂ ਸਦੀ ਦੇ ਵਿੱਚ ਭੋਪਾਲ ਦੇ ਵਿੱਚ ਬਣਾਇਆ ਗਿਆ ਲੇਕ ਮਨੁੱਖ ਵੱਲੋਂ ਬਣਾਏ ਗਏ ਆਰਟੀਫਿਸ਼ੀਅਲ ਲੇਕ, ਮਨੁੱਖ ਵੱਲੋਂ ਬਣਾਏ ਗਏ ਲੇਕਸ ਦੇ ਵਿੱਚ ਸਭ ਤੋਂ ਵੱਡਾ ਲੇਕ ਸੀ ਆਪਣੇ ਸਮੇਂ ਮਤਲਬ 11ਵੀਂ ਸਦੀ ਵਿੱਚ ਬਣਾਇਆ ਹੋਇਆ ਇਹ ਮਨੁੱਖ ਵੱਲੋਂ ਲੇਕ ਸਭ ਤੋਂ ਵੱਡਾ ਲੇਕ ਸੀ। ਇਨ ਦਾ 14th ਸੈਂਚੁਰੀ ਦਾ ਟੈਂਕ ਇਨ ਹੌਜ ਖਾਸ Delhi was constructed by Iltutmish for supplying water to Sri Fort area। 14ਵੀਂ ਸੈਂਚੁਰੀ ਦੇ ਵਿੱਚ ਇਲਤੁਤਮਿਸ਼ ਵੱਲੋਂ ਹੌਜ ਖਾਸ ਬਣਾਇਆ ਗਿਆ ਜਿਸ ਦੇ ਰਾਹੀਂ ਸ੍ਰੀ ਫੋਰਟ ਏਰੀਆ ਮਤਲਬ ਸ੍ਰੀ ਕਿਲ੍ਹਾ ਸੀ ਜੋ ਉਸ ਇਲਾਕੇ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਸੀ। ਨੈਕਸਟ ਦੇ ਗਿਵ ਅਸ ਦਾ 3.2 ਪਿਕਚਰ ਹੀਰਾਕੁਡ ਡੈਮ। What are the dams and how do they help us to conserving and managing water? ਕਹਿੰਦੇ ਡੈਮਸ ਕੀ ਨੇ, ਇਹ ਸਾਨੂੰ ਪਾਣੀ ਨੂੰ ਸੰਭਾਲਣ ਅਤੇ ਇਸਦਾ ਪ੍ਰਬੰਧ ਕਰਨ ਵਿੱਚ ਕਿਵੇਂ ਮਦਦ ਕਰਦੇ ਆ। ਡੈਮਸ ਨੇ ਐਕਸਪਲੇਨ ਕੀਤਾ ਹੈ ਅੱਗੇ ਕਿ ਡੈਮਸ ਇੱਕ ਅਜਿਹੀ ਜਗ੍ਹਾ ਹੈ ਜਿਸ ਦੇ ਵਿੱਚ ਆਸ-ਪਾਸ ਦੇ ਵਿੱਚ ਵਹਿ ਰਹੇ ਪਾਣੀ ਦੀ ਘੇਰਾਬੰਦੀ ਕੀਤੀ ਜਾਂਦੀ ਆ। ਇੱਕ ਡਾਇਰੈਕਸ਼ਨ ਵਿੱਚ ਵਗ ਰਹੇ ਪਾਣੀ, ਮਤਲਬ ਜਿਹੜੀ ਡਾਇਰੈਕਸ਼ਨ ਵਿੱਚ ਪਾਣੀ ਜਾ ਰਿਹਾ ਹੈ, ਮੰਨ ਲਓ ਉਸ ਡਾਇਰੈਕਸ਼ਨ ਵਿੱਚ ਪਾਣੀ ਦੀ ਕੋਈ ਨਹੀਂ ਲੋੜ, ਦੂਸਰੀ ਉਦੋਂ ਓਪੋਜਿਟ ਡਾਇਰੈਕਸ਼ਨ ਵਿੱਚ ਪਾਣੀ ਦੀ ਲੋੜ ਆ ਜਾਂ ਉੱਥੇ ਪਹਿਲਾਂ ਵੀ ਪਾਣੀ ਅਵੇਲੇਬਲ ਆ, ਉਸ ਪਾਣੀ ਦੇ ਨਾਲ ਇਹਦੀ ਡਾਇਰੈਕਸ਼ਨ ਚੇਂਜ ਕਰਕੇ ਉਸ ਪਾਣੀ ਦੇ ਵਿੱਚ ਇਹਨੂੰ ਮਿਲਾ ਦਿੱਤਾ ਜਾਂਦਾ। ਫਿਰ ਇਹਨੂੰ ਇਕੱਠਾ ਕਰਕੇ
ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਰਤੇ ਜਾਂਦੇ। ਇਸ ਨਾਲ ਐਕਸਪਲੇਨ ਕੀਤਾ ਕਿ ਡੈਮਸ ਜੋ ਕਿ ਸਿਰਫ ਇਰੀਗੇਸ਼ਨ ਵਾਸਤੇ ਅਸੀਂ ਨਹੀਂ ਬਣਾਉਂਦੇ ਬਟ ਫਾਰ ਇਲੈਕਟ੍ਰੀਸਿਟੀ। ਕਹਿੰਦੇ ਡੈਮਸ ਵਿੱਚ ਜੋ ਪਾਣੀ ਸਿਰਫ ਉਹਨੂੰ ਅਸੀਂ ਸਿੰਜਾਈ ਵਾਸਤੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਨਹੀਂ ਵਰਤਦੇ, ਸਗੋਂ ਇਸ ਤੋਂ ਅਸੀਂ ਇਲੈਕਟ੍ਰੀਸਿਟੀ ਬਿਜਲੀ ਵੀ ਤਿਆਰ ਕਰਦੇ ਹਾਂ। ਇੰਡਸਟਰੀਅਲ ਯੂਸਿਸ, ਇਸੇ ਪਾਣੀ ਨੂੰ ਅਸੀਂ ਫੈਕਟਰੀਆਂ ਦੇ ਵਿੱਚ ਵੀ ਵਰਤ ਲੈਂਦੇ ਹਾਂ, ਜੋ ਕਿ ਇਹਦੇ ਆਸ-ਪਾਸ ਫੈਕਟਰੀਆਂ ਬਣੀਆਂ ਹਨ ਉੱਥੇ ਵਰਤਿਆ ਜਾ ਸਕਦਾ ਹੈ। ਫਲੱਡ ਕੰਟਰੋਲ, ਜੋ ਕਿ ਆਸ-ਪਾਸ ਇਲਾਕੇ ਦੇ ਵਿੱਚ ਮਤਲਬ ਜਿਹੜਾ ਹੁਣ ਆਪਾਂ ਪੜ੍ਹਿਆ ਕਿ ਪਾਣੀ ਕੋਈ ਡਾਇਰੈਕਸ਼ਨ ਨੂੰ ਜਾ ਰਿਹਾ ਹੈ, ਉੱਧਰ ਪਾਣੀ ਦੀ ਨਹੀਂ ਲੋੜ, ਉਹ ਪਾਣੀ ਹੋ ਸਕਦਾ ਅਗਲੇ ਕੁਛ ਨੀਵੇਂ ਇਲਾਕੇ ਹੁਣ ਉੱਥੇ ਜਾ ਕੇ ਹੜ੍ਹ ਫੈਲਾ ਦਿੰਦਾ ਹੋਵੇ। ਉਸ ਹੜ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਇਸ ਦੀ ਡਾਇਰੈਕਸ਼ਨ ਜਿਹੜੀ ਆ ਟਰਨ ਕਰ ਦਿੱਤੀ ਜਾਂਦੀ ਆ ਔਰ ਫਿਰ ਇਹਨੂੰ ਇੱਕ ਅਜਿਹੀ ਜਗ੍ਹਾ 'ਤੇ ਸਟੋਰ ਕਰ ਲਿਆ ਜਾਂਦਾ ਜਿੱਥੇ ਪਹਿਲਾਂ ਹੀ ਪਾਣੀ ਅਵੇਲੇਬਲ ਹੋਵੇ ਅਤੇ ਔਰ ਇਸ ਸਟੋਰ ਕੀਤੇ ਪਾਣੀ ਨੂੰ ਫਿਰ ਆਪਾਂ ਇਹਨਾਂ ਕੰਮਾਂ ਵਾਸਤੇ ਯੂਜ਼ ਕਰਦੇ ਹਾਂ। ਰੀਕ੍ਰੀਏਸ਼ਨ, ਇਨਲੈਂਡ ਨੈਵੀਗੇਸ਼ਨ। ਇਨਲੈਂਡ ਨੈਵੀਗੇਸ਼ਨ ਮਤਲਬ ਇੱਕ ਨਹਿਰ ਸਾਡੇ ਇੱਥੋਂ ਮੰਨ ਲਓ ਕਿ ਆਹ ਸਾਡਾ ਅੰਮ੍ਰਿਤਸਰ ਆ, ਅੰਮ੍ਰਿਤਸਰ ਤੋਂ ਆਹ ਜਲੰਧਰ ਦਾ ਏਰੀਆ ਜਾਂਦਾ, ਇਹਨਾਂ ਦੇ ਵਿੱਚ ਅਗਰ ਕੋਈ ਡੈਮ ਬਣਿਆ ਹੋਏਗਾ ਇਨਲੈਂਡ ਡਾਇਰੈਕਸ਼ਨ, ਫਿਰ ਅਸੀਂ ਇੱਕ ਤਾਂ ਰੋਡ ਵੀ ਯੂਜ਼ ਕਰਦੇ ਹਾਂ, ਟ੍ਰੇਨ ਵੀ ਯੂਜ਼ ਕਰਦੇ ਹਾਂ, ਐਰੋਪਲੇਨ ਵੀ ਯੂਜ਼ ਕਰਦੇ ਹਾਂ। ਅਗਰ ਆਪਾਂ ਵਾਟਰ ਇਹਦੇ ਵਿੱਚ ਕਿਸ਼ਤੀਆਂ ਚਲਾਈਏ ਤਾਂ ਆਪਾਂ ਵਾਟਰ ਟਰਾਂਸਪੋਰਟ ਵੀ ਯੂਜ਼ ਕਰ ਸਕਦੇ ਹਾਂ। ਮਤਲਬ ਇਸ ਜਮ੍ਹਾਂ ਕੀਤੇ ਪਾਣੀ ਨੂੰ ਆਪਾਂ ਕਿਸ਼ਤੀਆਂ ਦੀ ਹੈਲਪ ਦੇ ਨਾਲ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਵਿੱਚ ਜਾਣ ਵਾਸਤੇ ਵੀ ਵਰਤ ਸਕਦੇ ਹਾਂ। ਨਾਲ ਦੀ ਨਾਲ ਫਿਸ਼ ਬਰੀਡਿੰਗ, ਫਿਰ ਇੱਥੇ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ। ਹੈਂਸ ਡੈਮਸ ਆਰ ਨਾਓ ਰੈਫਰ ਟੂ ਐਜ਼ ਮਲਟੀਪਰਪਸ। ਕਹਿੰਦੇ ਇਸੇ ਕਰਕੇ ਡੈਮਸ ਨੂੰ ਅਸੀਂ ਜਦੋਂ ਇਕੱਲਾ ਖੇਤੀਬਾੜੀ ਨੂੰ ਪਾਣੀ ਦੇਣ ਵਾਸਤੇ ਨਹੀਂ ਵਰਤਦੇ, ਹੋਰ ਵੀ ਕਈ ਕੰਮਾਂ ਵਾਸਤੇ ਵਰਤਦੇ ਹਾਂ, ਇਸੇ ਕਰਕੇ ਡੈਮਸ ਨੂੰ ਅਸੀਂ ਮਲਟੀਪਰਪਸ ਆਖਦੇ ਹਾਂ। ਇੱਥੇ ਉਹਨਾਂ ਨੇ ਸਾਨੂੰ ਹੁਣ ਭਾਖੜਾ ਨੰਗਲ ਡੈਮ ਦੀ, ਜੋ ਕਿ ਸਤਲੁਜ ਬਿਆਸ ਨਦੀ 'ਤੇ ਬਣਿਆ ਡੈਮ ਹੈ, ਉਹਦੀ ਐਗਜ਼ਾਮਪਲ ਦਿੰਦੇ, ਜਿਸ ਦੇ ਪਾਣੀ ਨੂੰ ਅਸੀਂ ਹਾਈਡਲ ਪਾਵਰ ਪਾਣੀ ਤੋਂ ਬਿਜਲੀ ਬਣਾਉਣ ਵਾਸਤੇ ਯੂਜ਼ ਕਰਦੇ ਹਾਂ। ਨਾਲ ਦੀ ਨਾਲ ਇਸੇ ਪਾਣੀ ਨੂੰ ਅਸੀਂ ਇਰੀਗੇਸ਼ਨ ਵਾਸਤੇ ਵੀ ਵਰਤ ਰਹੇ ਹਾਂ। ਸਿਮਿਲਰਲੀ ਦਾ ਹੀਰਾਕੁਡ ਪ੍ਰੋਜੈਕਟ ਇਨ ਦਾ ਮਹਾਨਦੀ ਬੇਸਿਨ ਇੰਟੀਗ੍ਰੇਟਸ ਕੰਜ਼ਰਵੇਸ਼ਨ ਆਫ ਵਾਟਰ ਵਿਦ ਫਲੱਡ ਕੰਟਰੋਲਸ। ਇਸ ਡੈਮ ਦੀ ਹੈਲਪ ਦੇ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ ਹੜ੍ਹਾਂ ਨੂੰ ਰੋਕਿਆ ਜਾਂਦਾ ਹੈ। ਮਲਟੀਪਰਪਸ ਪ੍ਰੋਜੈਕਟ ਲਾਂਚ ਆਫਟਰ ਇੰਡੀਪੈਂਡੈਂਸ। ਕਹਿੰਦੇ ਮਲਟੀਪਰਪਸ ਪ੍ਰੋਜੈਕਟ ਜਿਹੜੇ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤੇ ਗਏ ਅਤੇ ਇਹਨਾਂ ਨੂੰ ਲਾਂਚ ਕਰਨ ਦਾ ਮਕਸਦ ਇਹ ਸੀ ਕਿ ਸਾਡੇ ਦੇਸ਼ ਨੂੰ, ਜੋ ਕਿ ਬ੍ਰਿਟਿਸ਼ ਇੱਕ ਹੈਂਡੀਕੈਪ ਬਣਾ ਕੇ ਚੱਲ ਗਿਆ, ਇੱਥੋਂ ਸਾਰਾ ਕੁਛ ਲੁੱਟ ਲਿਆ ਗਿਆ ਹੈ, ਰॉ ਮਟੀਰੀਅਲ ਦੀ ਕਾਫੀ ਕਮੀ ਆ, ਆਪਾਂ ਆਪਣੇ ਦੇਸ਼ ਨੂੰ ਦੁਬਾਰਾ ਪੈਰਾਂ ਸਿਰ ਖੜ੍ਹਾ ਕਰਨ ਵਾਸਤੇ ਇਹਦੀਆਂ ਫੈਕਟਰੀਆਂ ਉਦਯੋਗਾਂ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਮਲਟੀਪਰਪਸ ਪ੍ਰੋਜੈਕਟ ਡੈਮਸ ਤਿਆਰ ਕਰੇ, ਜਿੱਥੋਂ ਨਾਲੇ ਤਾਂ ਇੰਡਸਟਰੀਆਂ ਦੀਆਂ ਲੋੜਾਂ ਪੂਰੀਆਂ ਹੋ ਜਾਣ, ਨਾਲੇ ਸਾਡੀਆਂ ਐਗਰੀਕਲਚਰ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਕਹਿੰਦੇ ਅਜਿਹੀ ਮਹੱਤਤਾ ਦਾ ਕਰਕੇ ਇੱਕ ਵਾਰ ਜਵਾਹਰ ਲਾਲ ਨਹਿਰੂ ਨੇ ਬੜੇ ਮਾਣ ਸਨਮਾਨ ਦੇ ਨਾਲ ਦਾਅਵਾ ਕੀਤਾ ਸੀ ਕਿ ਜੋ ਡੈਮਸ ਨੇ ਦੇ ਆਰ ਦਾ ਟੈਂਪਲ ਆਫ ਮਾਡਰਨ ਇੰਡੀਆ, ਕਿ ਆਧੁਨਿਕ ਭਾਰਤ ਦੇ ਇਹ ਮੰਦਰ ਨੇ। ਇਹ ਇਕੱਲੇ ਡੈਮ ਨੇ, ਇਹ ਆਧੁਨਿਕ ਭਾਰਤ ਦੇ ਮੰਦਰ ਨੇ। ਮੰਦਰ ਕਿਉਂ ਨੇ? ਕਿ ਇਹੀ ਭਾਰਤ ਨੂੰ ਵਿਕਾਸ ਵੱਲ ਲੈ ਕੇ ਜਾਣਗੇ, ਇਹੀ ਇਹਦੀ ਐਗਰੀਕਲਚਰ ਔਰ ਇਕੋਨਮੀ, ਪਿੰਡਾਂ ਦੇ ਵਿੱਚ ਐਗਰੀਕਲਚਰ ਨੂੰ ਵਧਾ ਕੇ ਪਿੰਡਾਂ ਵਿੱਚ ਇਕੋਨਮੀ ਵਿੱਚ ਵਾਧਾ ਕਰਨਗੇ ਵਿਦ ਰੈਪਿਡ ਇੰਡਸਟਰੀਲਾਈਜੇਸ਼ਨ ਐਂਡ ਦਾ ਗਰੋਥ ਆਫ ਅਰਬਨ ਇਕੋਨਮੀ। ਅਤੇ ਇਹੀ ਡੈਮ ਸ਼ਹਿਰਾਂ ਦੇ ਵਿੱਚ ਸਥਾਪਿਤ ਕੀਤੇ ਗਏ ਉਦਯੋਗ ਫੈਕਟਰੀਆਂ ਨੂੰ ਪਾਣੀ ਪ੍ਰੋਵਾਈਡ ਕਰਨਗੇ, ਜਿਸ ਨਾਲ ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣ ਦੇ ਨਾਲ ਨਾਲ ਸ਼ਹਿਰਾਂ ਦੀ ਇਕੋਨਮੀ ਆਰਥਿਕਤਾ ਵਿੱਚ ਵਾਧਾ ਹੋਏਗਾ। ਸ਼ਹਿਰ ਦੇ ਗਏ ਬਸ ਡੈਮ ਦੇ ਬਾਰੇ ਉਹਨਾਂ ਨੇ ਐਕਸਪਲੇਨ ਕੀਤਾ ਹੈ ਕਿ ਇੱਕ ਡੈਮ ਕੀ ਆ। ਇੱਕ ਡੈਮ ਇੱਕ ਬੈਰੀਅਰ ਰੁਕਾਵਟ ਹੈ, ਜੋ ਕਿ ਕਿਸੇ ਵੀ ਸ਼ੇਪ ਦੇ ਵਿੱਚ ਸਟਰਕਚਰ ਦੇ ਆਧਾਰ 'ਤੇ ਉਦੋਂ ਆਪਾਂ ਵੰਡ ਕਰ ਸਕਦੇ ਹਾਂ। ਜਿਸ ਲੱਕੜ ਦਾ ਹੋ ਸਕਦਾ ਹੈ, ਕੰਕਰੀਟ ਦਾ ਹੋ ਸਕਦਾ ਹੈ, ਐਮਬੈਂਕਮੈਂਟ ਬੰਨ੍ਹ ਹੋ ਸਕਦਾ ਹੈ, ਜਾਂ ਸਟੋਨਸ ਵਗੈਰਾ ਦਾ ਕਿਸੇ ਵੀ ਤਰੀਕੇ ਦਾ ਅਜਿਹਾ ਇੱਕ ਪਾਣੀ ਭੰਡਾਰ ਹੋ ਸਕਦਾ ਹੈ, ਜਿਸ ਦੇ ਵਿੱਚ ਇੱਕ ਵਾਰੀ ਅਸੀਂ ਪਾਣੀ ਰੋਕ ਲੈਂਦੇ ਹਾਂ ਅਤੇ ਹੌਲੀ ਹੌਲੀ ਜਦੋਂ ਇਸ ਦੇ ਵਿੱਚ ਫਿਰ ਸਪਿਲਵੇਜ਼ ਮਤਲਬ ਇਸ ਤਰ੍ਹਾਂ ਦੇ ਰਸਤੇ ਬਣਾਏ ਜਾਂਦੇ ਆ, ਜਿਸ ਵਿੱਚੋਂ ਅਸੀਂ ਰੋਕ ਕੇ ਜਾਂ ਲਗਾਤਾਰ ਪਾਣੀ ਛੱਡਦੇ ਰਹੇ ਹਾਂ, ਜਿਸ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਆਪਣੀਆਂ ਲੋੜਾਂ ਕਿਹੜੀਆਂ ਪੂਰੀਆਂ ਕਰਦੇ ਆਪਾਂ ਪਹਿਲਾਂ ਐਕਸਪਲੇਨ ਕਰ ਲਿਆ ਕਿ ਇਹਨੂੰ ਆਪਾਂ ਐਗਰੀਕਲਚਰ ਵਾਸਤੇ, ਫਿਸ਼ਿੰਗ ਵਾਸਤੇ ਜਾਂ ਹੋਰ ਕਈ ਕੰਮਾਂ ਵਾਸਤੇ ਯੂਜ਼ ਕਰਦੇ ਹਾਂ। ਇੱਥੇ ਉਹਨਾਂ ਕਲਾਸੀਫਾਈ ਕੀਤਾ ਕਿ ਡੈਮਸ ਨੂੰ ਉਹਨਾਂ ਦੇ ਬਣਤਰ ਦੇ ਆਧਾਰ 'ਤੇ ਆਪਾਂ ਕਿਵੇਂ ਵੰਡ ਸਕਦੇ ਹਾਂ, ਕਿ ਜੋ ਵੀ ਉਹਦੇ ਬਣਾਉਣ ਵਾਸਤੇ ਮਟੀਰੀਅਲ ਯੂਜ਼ ਕੀਤਾ, ਅਗਰ ਲੱਕੜ ਯੂਜ਼ ਕੀਤੀ ਆ, ਕੰਕਰੀਟ ਯੂਜ਼ ਕੀਤਾ, ਉਹਦੇ ਆਧਾਰ 'ਤੇ ਇਹਨੂੰ ਆਪਾਂ ਕਲਾਸੀਫਾਈ ਕਰ ਸਕਦੇ ਹਾਂ। ਨੈਕਸਟ ਇਹਦੇ ਸਾਈਜ਼ ਦੇ ਆਧਾਰ 'ਤੇ ਉਹਨਾਂ ਆਖਿਆ ਡੈਮਸ ਜਿਹੜੇ ਲਾਰਜ ਹੋ ਸਕਦੇ, ਮੀਡੀਅਮ ਹੋ ਸਕਦੇ ਆ, ਜਾਂ ਛੋਟੇ ਡੈਮਸ ਹੋ ਸਕਦੇ ਆ। ਇਹ ਉਹਨਾਂ ਨੇ ਇੱਕ ਸੌਂਗ ਦਿੱਤਾ ਹੈ ਸਾਨੂੰ, ਜੋ ਕਿ ਦਮੋਦਰ ਵੈਲੀ, ਦਮੋਦਰ ਨਦੀ ਦੇ ਕੋਲ ਰਹਿਣ ਵਾਲੇ ਲੋਕਾਂ ਵੱਲੋਂ ਆਮ ਤੌਰ 'ਤੇ ਗਾਇਆ ਜਾਂਦਾ, ਜਿਸ ਵਿੱਚ ਦਮੋਦਰ ਨਦੀ ਦਾ ਕਰਕੇ ਇਹਨਾਂ ਲੋਕਾਂ ਨੂੰ ਆਉਂਦੀਆਂ ਪਰੇਸ਼ਾਨੀਆਂ ਨੂੰ ਐਕਸਪਲੇਨ ਕੀਤਾ ਗਿਆ ਇੱਕ ਗੀਤ ਰਾਹੀਂ। ਵੀ ਹੈਵ ਸੋਨ ਦਾ ਕ੍ਰੋਪਸ ਇਨ ਹਿਸਾਰ। ਅਸੀਂ ਹਿਸਾਰ ਦੇ ਵਿੱਚ ਫਸਲਾਂ ਬੀਜੀਆਂ ਨੇ। ਵੀ ਵਿਲ ਬ੍ਰਿੰਗ ਬਾੜੂ ਇਨ ਬਾਦਰਾ। ਬਾੜੂ ਕਿਰਾਏ ਨੂੰ ਬੋਲਿਆ ਜਾਂਦਾ ਹੈ।
ਕਹਿੰਦੇ ਅਸੀਂ ਬਹਾਦਰਾ ਆਪਣੇ ਇਲਾਕੇ ਵਿੱਚ ਕਿਰਾਇਆ ਲੈ ਕੇ ਆਉਣਾ ਹੈ। ਫਲੱਡਸ ਹੈਵ ਸਵੋਲਨ ਦਾ ਦਮੋਦਰ, ਪਰ ਦਮੋਦਰ ਨਦੀ ਵਿੱਚ ਹੜ੍ਹ ਆਇਆ ਹੋਇਆ ਹੈ। ਦਾ ਸੇਲਿੰਗ ਬੋਟਸ ਕੈਨ ਨਾਟ ਸੇਲ, ਅਤੇ ਇਹਦੇ ਵਿੱਚ ਤੈਰ ਰਹੀਆਂ ਬੋਟਸ ਕਿਸ਼ਤੀਆਂ ਚੱਲ ਨਹੀਂ ਸਕਦੀਆਂ। ਉਹ ਦਮੋਦਰ ਵੀ ਫਾਲ ਐਟ ਯੂਅਰ ਫੀਟ, ਹੇ ਦਮੋਦਰ ਨਦੀ ਅਸੀਂ ਤੇਰੇ ਪੈਰਾਂ ਵਿੱਚ ਪੈਂਦੇ ਹਾਂ। ਰਿਡਿਊਸ ਦਾ ਫਲੱਡਸ ਏ ਲਿਟਲ, ਹੜ੍ਹਾਂ ਦੇ ਪਾਣੀ ਨੂੰ ਥੋੜ੍ਹਾ ਘੱਟ ਕਰ ਦੇ। ਬੜੂ ਵਿਲ ਕਮ ਏ ਈਅਰ ਲੇਟਰ, ਨਹੀਂ ਤਾਂ ਕਿਰਾਇਆ 1 ਸਾਲ ਬਾਅਦ ਵਿੱਚ ਆਏਗਾ। ਲੈਟ ਦਾ ਬੋਟਸ ਸੇਲ ਔਨ ਯੂਅਰ ਸਰਫੇਸ, ਅਤੇ ਆਪਣੀ ਸਤ੍ਹਾ ਦੇ ਉੱਪਰ ਬੋਟਸ ਨੂੰ ਚੱਲਣ ਦੇ। ਇੱਥੇ ਆਪਾਂ ਪਹਿਲਾਂ ਐਕਸਪਲੇਨ ਕਰਤਾ ਕਿ ਇਹ ਦਮੋਦਰ ਨਦੀ ਦੇ ਇਲਾਕੇ ਦੇ ਵਿੱਚ ਪਾਏ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਇੱਕ ਵਿਸ਼ਲੇਸ਼ਣ ਕੀਤਾ ਗਿਆ ਹੈ, ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਮੁਸ਼ਕਿਲਾਂ ਦਾ ਕਰਕੇ ਲੋਕਾਂ ਵੱਲੋਂ ਇਸ ਨਦੀ ਨੂੰ ਰਿਵਰ ਆਫ ਸੋਰੋ, ਦੁੱਖਾਂ ਦੀ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਉਹਨਾਂ ਆਖਿਆ ਕਿ ਪਿਛਲੇ ਕੁਝ ਸਾਲਾਂ ਤੋਂ ਜਦੋਂ ਵੀ ਕੋਈ ਮਲਟੀਪਰਪਜ਼ ਪ੍ਰੋਜੈਕਟ ਸ਼ੁਰੂ ਕੀਤਾ ਜਾਣ ਲੱਗਦਾ ਹੈ, ਉਸ ਨੂੰ ਇੱਕ ਲੰਬੀ ਜਾਂਚ ਪੜਤਾਲ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਉੱਥੇ ਦੇ ਆਸ-ਪਾਸ ਦੇ ਲੋਕਾਂ ਵੱਲੋਂ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਜਾਂਦਾ ਹੈ। ਹੁਣ ਅਗਰ ਆਪਾਂ ਸੋਚੀਏ ਕਿ ਇਹ ਪ੍ਰੋਜੈਕਟ ਬਣਾਉਣਾ ਅਤੇ ਲੋਕਾਂ ਦੇ ਫਾਇਦੇ ਵਾਸਤੇ ਆ, ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਵੀ ਹੋਣਾ ਹੈ, ਫਿਰ ਲੋਕਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਕਿਉਂਕਿ ਵਿਰੋਧ ਕਰਨ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਹੀ। ਫਸਟ ਯੂ ਥਿੰਕ ਦੈਨ ਵੀ ਐਕਸਪਲੇਨ ਇਨ ਦਾ ਪੈਰਾਗ੍ਰਾਫ। ਇਸ ਵਿਰੋਧ ਕਰਨ ਦਾ ਕੋਈ ਇੱਕ ਨਹੀਂ, ਬਹੁਤ ਸਾਰੇ ਕਾਰਨ ਆ। ਠੀਕ ਹੈ, ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ ਕਿ ਡੈਮ ਦੀ ਜਦੋਂ ਅਸੀਂ ਰਿਵਰ ਦੀ ਡਾਇਰੈਕਸ਼ਨ ਚੇਂਜ ਕਰਦੇ ਹਾਂ, ਡਾਇਰੈਕਸ਼ਨ ਚੇਂਜ ਕਰਨ ਦੇ ਨਾਲ ਪਿੱਛੋਂ ਜਿੰਨੀ ਤੇਜ਼ੀ ਦੇ ਨਾਲ ਪਾਣੀ ਆ ਰਿਹਾ ਹੈ, ਉਨੀ ਤੇਜ਼ੀ ਦੇ ਨਾਲ ਅੱਗੇ ਪਾਣੀ ਜਿਹੜਾ ਨਹੀਂ ਜਾ ਪਾਉਂਦਾ। ਫਿਰ ਜਦੋਂ ਪਾਣੀ ਪਹਾੜਾਂ ਤੋਂ ਆਉਂਦਾ ਹੈ, ਆਪਣੇ ਨਾਲ ਦੇ ਨਾਲ ਇਹ ਕੁਛ ਮਿੱਟੀ ਗਾਰ ਵਗੈਰਾ ਖੋਰ ਕੇ ਲੈ ਕੇ ਆਉਂਦਾ ਹੈ, ਉਸ ਨੂੰ ਆਪਾਂ ਸੈਡੀਮੈਂਟ ਬੋਲਦੇ ਹਾਂ। ਜੋ ਵੀ ਆਪਣੇ ਨਾਲ ਪਦਾਰਥ ਪਹਾੜਾਂ ਤੋਂ ਜਾਂ ਰਸਤੇ ਵਿੱਚੋਂ ਇਹ ਨਾਲ ਲੈ ਕੇ ਆਉਂਦਾ, ਉਸ ਨੂੰ ਅਸੀਂ ਸੈਡੀਮੈਂਟ ਬੋਲਦੇ ਹਾਂ। ਇਸ ਸੈਡੀਮੈਂਟ ਨੂੰ ਪਾਣੀ ਅੱਗੇ ਵੱਧਦੇ ਹੋਏ ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਖਿਲਾਰਦਾ ਰਹਿੰਦਾ, ਜਿਸ ਦੇ ਨਾਲ ਸਾਡੀ ਲੈਂਡ ਕਾਫੀ ਫਰਟਾਈਲ ਹੋ ਜਾਂਦੀ, ਕਿਉਂਕਿ ਇਹ ਤਾਜ਼ਾ ਮਿੱਟੀ ਪਹਾੜਾਂ ਦੇ ਵਿੱਚੋਂ ਰੁੜ ਕੇ ਆਉਂਦੀ ਆ, ਅਤੇ ਜਿਸ ਇਲਾਕੇ ਦੇ ਵਿੱਚ ਪਾਣੀ ਵੱਲੋਂ ਇਹ ਮਿੱਟੀ ਖਿਲਾਰ ਦਿੱਤੀ ਜਾਂਦੀ, ਉਹ ਇਲਾਕਾ ਕਾਫੀ ਉਪਜਾਊ ਬਣ ਜਾਂਦਾ ਹੈ। ਪਰ ਜਦੋਂ ਹੁਣ ਅਸੀਂ ਪਾਣੀ ਨੂੰ ਇੱਕ ਥਾਂ ਵਾਟਰ ਭੰਡਾਰ ਰੋਕ ਦਿੰਦੇ ਹਾਂ, ਇੱਕ ਜਗ੍ਹਾ ਰੋਕਣ ਦੇ ਨਾਲ ਇਹ ਸਾਰੀ ਸੈਡੀਮੈਂਟੇਸ਼ਨ ਜਿਹੜੀ ਆ ਹੌਲੀ ਹੌਲੀ ਥੱਲੇ ਬੈਠਦੀ ਜਾਂਦੀ ਹੈ, ਇਹ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਹੀਂ ਜਾ ਪਾਉਂਦੀ, ਜਿਸ ਦੇ ਨਾਲ ਤੇ ਇੱਕ ਤਾਂ ਥੱਲੇ ਸਰਫੇਸ ਹੈ ਜਿਹੜਾ ਉਹ ਰੌਕੀਅਰ, ਉਹ ਚਟਾਨਾਂ ਵਰਗਾ ਹੋ ਜਾਂਦਾ ਹੈ, ਅਤੇ ਨਾਲ ਦੇ ਨਾਲ ਆਸ-ਪਾਸ ਦਾ ਇਲਾਕਾ ਜਿਹੜਾ ਉਹ ਅਨਫਰਟਾਈਲ ਹੋ ਜਾਂਦਾ ਹੈ। ਫਿਰ ਜਦੋਂ ਇਹ ਹੁਣ ਰੌਕਸ ਵਾਲਾ ਸਰਫੇਸ ਹੋ ਜਾਏ ਨੀਚੇ, ਇਹਦੇ ਨਾਲ ਐਕੁਐਟਿਕ ਲਾਈਫ ਜੋ ਕਿ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ, ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੈਮਸ ਆਲਸੋ ਫਰੈਗਮੈਂਟ ਰਿਵਰ ਮੇਕਿੰਗ ਇਟ ਡਿਫਿਕਲਟ ਟੂ ਐਕੁਐਟਿਕ ਫੌਨਾ ਟੂ ਮਾਈਗਰੇਟ। ਇਹਦੇ ਨਾਲ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੋ ਕਿ ਮਾਈਗਰੇਟ ਕਰਦੇ ਆ, ਇੱਕ ਇਲਾਕੇ ਤੋਂ ਦੂਸਰੇ ਇਲਾਕੇ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜੀਵਾਂ ਵੱਲੋਂ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਵਿੱਚ ਜਾਣ ਦਾ ਕਾਰਨ ਕਈ ਵਾਰ ਮੌਸਮ ਹੁੰਦਾ ਹੈ, ਕਿਉਂਕਿ ਆਪਾਂ ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੇਖੀਏ, ਬਹੁਤ ਸਾਰੇ ਬਰਡਸ ਸਾਡੇ ਕੋਲ ਅਜਿਹੇ ਹੁੰਦੇ ਆ ਜੋ ਕਿ ਸਾਨੂੰ ਸਮਰ ਸੀਜ਼ਨ ਦੇ ਵਿੱਚ ਦਿਖਦੇ ਆ, ਕੁਛ ਬਰਡਸ ਸਾਡੇ ਕੋਲ ਅਜਿਹੇ ਹੁੰਦੇ ਜੋ ਸਾਨੂੰ ਵਿੰਟਰ ਸੀਜ਼ਨ ਦੇ ਵਿੱਚ ਦਿਖਦੇ ਆ। ਇਸੇ ਤਰ੍ਹਾਂ ਐਕੁਐਟਿਕ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਮੌਸਮ ਦੇ ਆਧਾਰ 'ਤੇ ਜਾਂ ਜਦੋਂ ਰੀਪਰੋਡਕਸ਼ਨ ਦਾ ਸਮਾਂ ਆਉਂਦਾ ਹੈ, ਉਹਨਾਂ ਸਮਿਆਂ ਦੇ ਵਿੱਚ ਆਪਣਾ ਰਹਿਣ ਦਾ ਟਿਕਾਣਾ ਬਦਲ ਲੈਂਦੇ ਆ। ਹੁਣ ਪਿੱਛੋਂ ਕੁਛ ਸਮਝੋ ਕਿ ਜੀਵ ਜੰਤੂ ਤੈਰਦੇ ਆ ਰਹੇ ਆ, ਪਾਣੀ ਦੇ ਵਿੱਚ ਆ ਰਹੇ ਆ, ਇਹਨਾਂ ਨੂੰ ਦੂਸਰੇ ਇਲਾਕੇ ਤੱਕ ਪਹੁੰਚਣਾ ਹੈ। ਦੂਸਰੇ ਇਲਾਕੇ 'ਤੇ ਪਹੁੰਚਦੇ ਸਮੇਂ ਜਦੋਂ ਰਸਤੇ ਵਿੱਚ ਡੈਮ ਆ ਜਾਂਦਾ ਹੈ ਜਾਂ ਚਟਾਨਾਂ ਆ ਜਾਂਦੀਆਂ, ਕੋਈ ਤਰ੍ਹਾਂ ਬੰਨ੍ਹ ਹੋ ਜਾਂਦਾ, ਉਹ ਜੀਵ ਜੰਤੂ ਕੀ ਕਰਦੇ, ਫਿਰ ਉੱਥੇ ਰੁਕ ਜਾਂਦੇ ਆ। ਹੁਣ ਮੰਨ ਲਓ ਇਸ ਸਾਈਡ ਵਾਲਾ ਐਨਵਾਇਰਮੈਂਟ ਉਹਨਾਂ ਦੇ ਰਹਿਣ ਵਾਸਤੇ ਠੀਕ ਨਹੀਂ ਸੀ, ਇਸੇ ਕਰਕੇ ਇੱਥੋਂ ਜਿਹੜਾ ਅੱਗੇ ਵੱਧਦੇ ਪਏ ਆ, ਅੱਗੇ ਵਧਣ ਦੇ ਨਾਲ ਹੁਣ ਅੱਗੇ 'ਤੇ ਬੰਨ੍ਹ ਆ ਗਿਆ, ਇਹ ਕੀ ਹੋਏਗਾ, ਜੀਵ ਜੰਤੂਆਂ ਨੂੰ ਜਿਹੜਾ ਅੱਗੇ ਵਧਣ ਦੇ ਵਿੱਚ ਮੁਸ਼ਕਿਲ ਆਏਗੀ, ਕਿਉਂਕਿ ਉਹ ਇਨਸਾਨਾਂ ਵਰਗੇ ਤਾਂ ਹੈ ਨਹੀਂ, ਉਹਨਾਂ ਨੂੰ ਪਤਾ ਕਿ ਇੱਥੇ ਹੁਣ ਰੁਕਾਵਟ ਆ ਗਈ ਆ ਅਤੇ ਅਸੀਂ ਘੁੰਮ ਕੇ ਦੂਸਰੇ ਪਾਸੇ ਚੱਲ ਜਾਈਏ ਜਾਂ ਕਿਵੇਂ ਵੀ। ਹੁਣ ਜਦੋਂ ਜੀਵ ਜੰਤੂ ਇਸੇ ਹਰਾਸ਼ ਮੌਸਮ ਦੇ ਵਿੱਚ ਕਲਾਈਮੇਟ ਦੇ ਵਿੱਚ ਰਹਿਣਗੇ, ਉਹਨਾਂ ਦੀ ਲਾਈਫ ਵਾਸਤੇ ਖਤਰਾ ਇਹ ਹੋ ਸਕਦਾ, ਉਹਨਾਂ ਦੀ ਡੈਥ ਹੋ ਜੇ, ਹੋ ਸਕਦਾ ਆਪਣੀ ਰੀਪਰੋਡਕਸ਼ਨ ਉਹਨਾਂ ਦੀ ਨਾ ਹੋ ਸਕੇ। ਇਹਨਾਂ ਕਾਰਨਾਂ ਕਰਕੇ ਐਕੁਐਟਿਕ ਲਾਈਫ ਜਿਹੜੀ ਉਹ ਵੀ ਖਤਮ ਹੋ ਰਹੀ ਹੈ। ਨੈਕਸਟ ਲਾਈਨ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਹੈ ਕਿ ਜੋ ਵੀ ਰਿਜ਼ਰਵੀਅਰ ਪਾਣੀ ਭੰਡਾਰ ਅਸੀਂ ਕ੍ਰੀਏਟ ਬਣਾਇਆ ਜਾਂਦਾ, ਮੰਨ ਲਓ ਕਿ ਆਹ ਸਾਰਾ ਇਲਾਕਾ ਪਹਿਲਾਂ ਹੜ੍ਹਾਂ ਦੇ ਪਾਣੀ ਦੇ ਨਾਲ ਭਰਿਆ ਹੁੰਦਾ ਸੀ, ਇੱਥੇ ਵੈਜੀਟੇਸ਼ਨ ਹੁੰਦੀ, ਹੜ੍ਹਾਂ ਦੇ ਪਾਣੀ ਦੇ ਨਾਲ ਨਵੀਂ ਮਿੱਟੀ ਆ ਜਾਂਦੀ, ਨਵੀਂ ਤਰ੍ਹਾਂ ਦੇ ਜਿਹੜਾ ਵਾ ਪੇੜ ਪੌਦੇ ਇੱਥੇ ਉੱਗੇ ਹੁੰਦੇ ਸੀ। ਜਦੋਂ ਹੁਣ ਆਪਾਂ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਇੱਥੇ 4 ਚੁਫੇਰੇ ਬੰਨ੍ਹ ਬਣਾ ਦਿੱਤਾ, ਬੰਨ੍ਹ ਬਣਾਉਣ ਦੇ ਨਾਲ ਕੀ ਹੋ ਗਿਆ, ਪਾਣੀ ਇੱਕ ਥਾਂ ਰੁਕ ਗਿਆ, ਇੱਥੇ ਉਗਾਏ ਜਾਣ ਵਾਲੇ ਸਾਰੇ ਪੇੜ ਪੌਦੇ ਨਸ਼ਟ ਹੋ ਜਾਣਗੇ, ਜਿਸ ਨਾਲ ਕੁਦਰਤੀ ਨੈਚੁਰਲ ਵੈਜੀਟੇਸ਼ਨ ਨੂੰ ਨੁਕਸਾਨ ਹੋਏਗਾ। ਮਤਲਬ ਇੱਕ ਤਾਂ ਐਕੁਐਟਿਕ ਲਾਈਫ ਨੂੰ ਨੁਕਸਾਨ ਹੋ ਗਿਆ, ਨਾਲ ਦੇ ਨਾਲ ਇੱਥੇ ਪਾਈ ਜਾਣ ਵਾਲੀ ਵੈਜੀਟੇਸ਼ਨ ਨੂੰ ਵੀ ਨੁਕਸਾਨ ਹੋ ਗਿਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ
ਪਿਛਲੇ ਸਮੇਂ ਦੇ ਕਹਿੰਦੇ ਜੋ ਮਲਟੀਪਰਪਸ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਉੱਪਰ ਤੇ ਅਸੀਂ ਨੁਕਸਾਨ ਦੀ ਗੱਲ ਕੀਤੀ ਹੈ ਕਿ ਨੈਚੁਰਲ ਐਨਵਾਇਰਨਮੈਂਟ ਨੂੰ ਕੀ ਨੁਕਸਾਨ ਹੁੰਦਾ ਹੈ। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਦੱਸਿਆ ਕਿ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਦਾ ਕਰਕੇ ਪੀਪਲਸ ਵੱਲੋਂ ਬਹੁਤ ਸਾਰੇ ਮੂਵਮੈਂਟਸ ਅੰਦੋਲਨ ਚਲਾਏ ਗਏ, ਜਿਵੇਂ ਕਿ ਇੱਕ ਨਰਮਦਾ ਬਚਾਓ ਅੰਦੋਲਨ, ਤੇਹਰੀ ਡੈਮ ਅੰਦੋਲਨ। ਇਹ ਅੰਦੋਲਨ ਚਲਾ ਕੇ ਲੋਕਾਂ ਨੇ ਹਮੇਸ਼ਾ ਗੌਰਮੈਂਟ ਦਾ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ। ਰੈਸਿਸਟੈਂਸ ਟੂ ਦੀਜ਼ ਪ੍ਰੋਜੈਕਟਸ ਹੈਜ਼ ਪ੍ਰਾਇਮਰਲੀ ਬੀਨ ਡਿਊ ਟੂ ਦਾ ਲਾਰਜ ਸਕਿਲ ਡਿਸਪਲੇਸਮੈਂਟ ਆਫ ਲੋਕਲ ਕਮਿਊਨਿਟੀ। ਵਿਰੋਧ ਕਰਨ ਦਾ ਕੀ ਹੈ ਕਿ ਮੰਨ ਲਓ ਕਿ ਇਸ ਇਲਾਕੇ ਦੇ ਵਿੱਚ ਹੁਣ ਡੈਮ ਬਣਾਇਆ ਜਾਣਾ ਹੈ, ਇਹ ਸਾਰੇ ਪੀਪਲ ਉੱਥੇ ਰਹਿੰਦੇ ਪਏ ਆ, ਕੋਈ ਆਪਣੀ ਸ਼ੌਪ ਚਲਾਉਂਦਾ ਪਿਆ ਹੈ, ਕੋਈ ਮੱਛੀ ਫੜਨ ਦਾ ਕੰਮ ਕਰਦਾ ਹੈ, ਕੋਈ ਖੇਤੀਬਾੜੀ ਦਾ ਕੰਮ ਕਰਦਾ ਹੈ, ਕੋਈ ਸਕੂਲ ਬਿਜ਼ਨਸ ਫੈਕਟਰੀ ਕੋਈ ਵੀ ਕਰਦਾ ਪਿਆ। ਲੋਕ ਸਾਰੇ ਆਪਣੇ ਘਰਾਂ ਦੇ ਵਿੱਚ ਰਹਿੰਦੇ ਪਏ, ਆਪਣੇ ਘਰ ਬਣਾਏ ਹੋਏ ਆ। ਹੁਣ ਅਗਰ ਗੌਰਮੈਂਟ ਦੀ ਪਲੈਨਿੰਗ ਹੋ ਜਾਂਦੀ ਕਿ ਇਸ ਇਲਾਕੇ ਦੇ ਉੱਥੇ ਖਾਲੀ ਜਗ੍ਹਾ ਪਈ ਸੀ, ਕਿ ਗੌਰਮੈਂਟ ਦੀ ਪਲੈਨਿੰਗ ਹੋ ਜਾਂਦੀ ਕਿ ਇਸ ਇਲਾਕੇ ਦੇ ਵਿੱਚ ਅਸੀਂ ਇੱਕ ਡੈਮ ਤਿਆਰ ਕਰਨਾ ਹੈ। ਇੱਥੇ ਲੋਕ ਹੁਣ ਪਹਿਲਾਂ ਫਸਲਾਂ ਬੀਜਦੇ, ਕੀ ਹੋ ਗਿਆ ਡੈਮ ਤਿਆਰ ਹੁਣ ਛੋਟਾ ਜਿਹਾ ਤਾਂ ਹੈ ਨਹੀਂ ਕਿ 1 ਜਾਂ 2 ਕਿੱਲਿਆਂ ਦੇ ਵਿੱਚ ਡੈਮ ਤਿਆਰ ਹੋ ਜਾਣਾ ਹੈ। ਆਸ-ਪਾਸ ਦਾ ਸਾਰੇ ਦੇ ਸਾਰੇ ਪਿੰਡਾਂ ਨੂੰ ਖਾਲੀ ਕਰਾ ਲਿਆ ਜਾਏਗਾ। ਜੋ ਵੀ ਲੋਕਾਂ ਦੇ ਰੁਜ਼ਗਾਰ ਕਮਾਉਣ ਦੇ ਸਾਧਨ ਸਨ, ਦੁਕਾਨਾਂ, ਫੈਕਟਰੀਆਂ, ਸਾਰਾ ਕੁਝ ਢਾਹ ਦਿੱਤਾ ਜਾਏਗਾ। ਉਹਨਾਂ ਦੀਆਂ ਜ਼ਮੀਨਾਂ ਸਰਕਾਰ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਜਾਣਗੀਆਂ। ਇਹਨਾਂ ਕਾਰਨਾਂ ਦੇ ਕਰਕੇ ਬਹੁਤ ਸਾਰੇ ਲੋਕ ਬੇਘਰ ਹੋ ਜਾਂਦੇ ਆ। ਬੇਘਰ ਹੋਣ ਦੇ ਡਰ ਦਾ ਕਰਕੇ ਲੋਕ ਇਹਨਾਂ ਪ੍ਰੋਜੈਕਟ ਦਾ ਵਿਰੋਧ ਕਰਦੇ ਕਿ ਨਾਲ ਦੀ ਨਾਲ ਸਾਨੂੰ ਇੱਕ ਦੇ ਘਰੋਂ ਬੇਘਰ ਕਰ ਦਿੱਤਾ ਜਾਂਦਾ ਹੈ, ਨਾਲ ਹੀ ਸਾਡੀ ਕਮਾਈ ਦੇ ਸਾਧਨ ਸਾਡੇ ਕੋਲੋਂ ਖੋਹ ਲਏ ਜਾਂਦੇ ਆ। ਗੌਰਮੈਂਟ ਵੱਲੋਂ ਇਹਨਾਂ ਨੂੰ ਕੁਛ ਕੰਪਨਸੇਸ਼ਨ ਕੀਤੀ ਜਾਂਦੀ ਆ, ਮਤਲਬ ਮੁਆਵਜ਼ਾ ਦਿੱਤਾ ਜਾਂਦਾ। ਫਿਰ ਵੀ ਜੋ ਮੁਆਵਜ਼ਾ ਇਹਨਾਂ ਤੱਕ ਪਹੁੰਚਣਾ ਹੁੰਦਾ ਹੈ, ਜੋ ਇਹਨਾਂ ਦੀ ਲਾਈਫ ਆਤੀ, ਕਿਉਂਕਿ ਇੱਕ ਆਪਾਂ ਸੈਟਲ ਲਾਈਫ ਨੂੰ ਉਜਾੜ ਦੇਣਾ ਔਰ ਉਸ ਉਜੜੀ ਲਾਈਫ ਤੋਂ ਫਿਰ ਸੈਟਲ ਹੋਣਾ ਸਾਡੇ ਵਾਸਤੇ ਬਹੁਤ ਔਖਾ ਹੈ। ਜਿੰਨਾ ਕੁ ਮੁਆਵਜ਼ਾ ਦਿੱਤਾ ਜਾਂਦਾ ਹੈ ਉਹਦੇ ਨਾਲ ਕਈਆਂ ਦੇ ਤਾਂ ਘਰ ਵੀ ਨਹੀਂ ਬਣਦੇ। ਜੇ ਘਰ ਬਣ ਜਾਂਦੇ ਆ ਤਾਂ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਬਚਦਾ ਕਿ ਆਪਣੇ ਨਵੇਂ ਸਿਰ ਤੋਂ ਜਾਂ ਦੂਸਰੇ ਇਲਾਕੇ ਦੇ ਵਿੱਚ ਜਾ ਕੇ ਫਿਰ ਆਪਣਾ ਕੋਈ ਨਾ ਕੋਈ ਬਿਜ਼ਨਸ ਸੈਟਅਪ ਕੀਤਾ ਜਾ ਸਕੇ। ਫਿਰ ਜੋ ਪ੍ਰੋਜੈਕਟ ਸ਼ੁਰੂ ਕੀਤਾ ਜਾਂਦਾ ਹੈ, ਡੈਮ ਬਣਾਇਆ ਜਾਂਦਾ ਹੈ, ਅਗਰ ਉੱਥੇ ਗੌਰਮੈਂਟ ਵੱਲੋਂ ਕੋਈ ਪ੍ਰੋਮਿਸ ਕੀਤੇ ਜਾਂਦੇ ਤੁਹਾਨੂੰ ਇੱਥੇ ਫਿਸ਼ਿੰਗ ਦਾ ਕੰਮ ਕੀਤਾ ਜਾਵੇਗਾ ਜਾਂ ਕੁਛ ਲੋਕਾਂ ਨੂੰ ਬੋਟਸ ਚਲਾਉਣ ਦਾ ਕੰਮਕਾਰ ਸ਼ੁਰੂ ਕਰ ਦਿੱਤਾ ਜਾਏਗਾ, ਇਹ ਸਾਰੇ ਪ੍ਰੋਮਿਸ ਜਿਹੜੇ ਆ ਉਦੋਂ ਫੇਲ ਹੋ ਜਾਂਦੇ ਆ ਜਦੋਂ ਗੌਰਮੈਂਟ ਵੱਲੋਂ ਕਈ ਤਰ੍ਹਾਂ ਦੇ ਸੇਫਟੀ ਰੂਲਸ ਬਣਾ ਕੇ ਲੋਕਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਆਬਸਟੈਕਲਸ ਰੁਕਾਵਟਾਂ ਲਗਾ ਦਿੱਤੀਆਂ ਜਾਂਦੀਆਂ। ਇਹ ਲੋਕਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਇਹੀ ਰੋਸ ਹੁੰਦਾ ਕਿ ਹਰ ਵਾਰ ਜਿਹੜਾ ਵਾ ਦੇਸ਼ ਦੇ ਕੰਟਰੀ ਦੇ ਵਿਕਾਸ ਵਾਸਤੇ, ਡਿਵੈਲਪਮੈਂਟ ਵਾਸਤੇ ਸਿਰਫ ਸਾਡੇ ਲੋਕਾਂ ਨੂੰ ਜਾਂ ਸਾਨੂੰ ਪੇਂਡੂ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ। ਨੈਕਸਟ ਸਾਡੇ ਕੋਲ ਉਹਨਾਂ ਨੇ ਨਰਮਦਾ ਬਚਾਓ ਅੰਦੋਲਨ, ਸੇਵ ਨਰਮਦਾ ਮੂਵਮੈਂਟ ਇਨ ਏ ਨਾਨ ਗੌਰਮੈਂਟਲ ਔਰਗਨਾਈਜੇਸ਼ਨ, ਇੱਕ NGO ਬਾਰੇ ਐਕਸਪਲੇਨ ਕੀਤਾ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ NGO ਨਾਨ ਗੌਰਮੈਂਟਲ ਔਰਗਨਾਈਜੇਸ਼ਨ ਇੱਕ ਅਜਿਹਾ ਸੰਗਠਨ ਹੁੰਦਾ ਹੈ ਜੋ ਕਿ ਗੌਰਮੈਂਟ ਦੀ ਹੈਲਪ ਤੋਂ ਬਿਨਾਂ ਕੰਮ ਕਰਦਾ ਹੈ। ਜਿਵੇਂ ਕਿ ਆਪਾਂ ਕਰੰਟ ਟਾਈਮ 'ਤੇ ਖਾਲਸਾ ਏਡ ਤਾਂ ਸਾਰਿਆਂ ਨੂੰ ਪਤਾ ਹੈ। ਖਾਲਸਾ ਏਡ ਇੱਕ NGO ਆ, ਕਿਉਂਕਿ ਖਾਲਸਾ ਏਡ ਜੋ ਵੀ ਲੋਕਾਂ ਦੀ ਹੈਲਪ ਕਰਦੀ ਆ ਉਹਦੇ ਵਿੱਚ ਗੌਰਮੈਂਟ ਦਾ ਕੋਈ ਰੋਲ ਨਹੀਂ ਹੁੰਦਾ। ਗੌਰਮੈਂਟ ਦੇ ਵੱਲੋਂ ਕੋਈ ਉਹਨਾਂ ਨੂੰ ਫੰਡ ਪ੍ਰੋਵਾਈਡ ਨਹੀਂ ਕੀਤਾ ਜਾਂਦਾ। ਉਹ ਲੋਕਾਂ ਦੀ ਹੈਲਪ ਦੇ ਨਾਲ ਹੀ ਆਪਣਾ ਕੰਮ ਅੱਗੇ ਪਾਸ ਕਰਦੇ ਆ, ਆਪਣਾ ਕੰਮ ਚਲਾਉਂਦੇ ਆ। ਇਸ ਤਰ੍ਹਾਂ ਇਹ ਇੱਕ NGO ਬਣਾਈ ਗਈ ਆ ਜਿਸ ਦਾ ਪਹਿਲਾਂ ਤਾਂ ਮਕਸਦ ਇਹ ਕਿ ਜੋ ਲੋਕ ਬੇਘਰ ਹੋ ਗਏ ਆ ਉਹਨਾਂ ਲੋਕਾਂ ਨੂੰ ਰਹਿਣ ਸਹਿਣ ਵਾਸਤੇ ਘਰ ਪ੍ਰੋਵਾਈਡ ਕੀਤਾ ਜਾਵੇ। ਪਰ ਬਾਅਦ ਵਿੱਚ ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਰੀਫੋਕਸ ਦੁਬਾਰਾ ਆਪਣਾ ਫੋਕਸ ਹੋਰ ਵੀ ਪ੍ਰੋਬਲਮ ਵੱਲ ਕੀਤਾ ਕਿ ਲੋਕਾਂ ਦੇ ਰਹਿਣ ਦੇ ਨਾਲ ਨਾਲ ਲੋਕਾਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇ ਅਤੇ ਡੈਮਸ ਬਣਾਉਣ ਦਾ ਕਰਕੇ ਨੈਚੁਰਲ ਇਨਵਾਇਰਨਮੈਂਟ, ਕੁਦਰਤੀ ਵਾਤਾਵਰਨ ਨੂੰ ਜੋ ਨੁਕਸਾਨ ਪਹੁੰਚਣਾ ਵਾ ਉਹ ਵੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਮਤਲਬ ਜਿੰਨੇ ਰੁੱਖ ਕੱਟਣੇ ਆ ਉਨੇ ਰੁੱਖ ਦੂਸਰੇ ਇਲਾਕਿਆਂ ਦੇ ਵਿੱਚ ਲਗਾਏ ਜਾਣ। ਇਸ ਪੈਰਾਗ੍ਰਾਫ ਦੇ ਵਿੱਚ ਵੀ ਲੋਕਾਂ ਨੇ ਐਕਸਪਲੇਨ ਕੀਤਾ ਕਿ ਪਹਿਲਾਂ ਤਾਂ ਉਹ ਬੜੀ ਸਹਾਇਤਾ ਦੇ ਨਾਲ ਇਹ ਸਮਝ ਲੈਂਦੇ ਆ ਕਿ ਉਹਨਾਂ ਵੱਲੋਂ ਜੋ ਕੁਰਬਾਨੀ ਕੀਤੀ ਜਾ ਰਹੀ ਆ ਕਿ ਆਪਣੇ ਖੇਤ ਦਿੱਤੇ ਜਾ ਰਹੇ ਆ ਡੈਮਸ ਬਣਾਉਣ ਦੇ ਨਾਲ, ਉਹਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਏਗੀ। ਉਹਨਾਂ ਨੂੰ ਬਾਅਦ ਵਿੱਚ ਜੋ ਵੀ ਖੇਤ ਪ੍ਰੋਵਾਈਡ ਕੀਤੇ ਜਾਣਗੇ ਉਹਨਾਂ ਖੇਤਾਂ ਨੂੰ ਦੇਣ ਵਾਸਤੇ ਪਾਣੀ ਪ੍ਰਾਪਤ ਹੋ ਜਾਏਗਾ, ਜਿਸ ਨਾਲ ਉਹਨਾਂ ਦੀਆਂ ਫਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਹੋ ਜਾਏਗਾ। ਪਰ ਜਦੋਂ ਗੌਰਮੈਂਟ ਦੇ ਕੀਤੇ ਹੋਏ ਪ੍ਰੋਮਿਸ ਫੇਲ ਹੁੰਦੇ ਆ ਤਿਉਂ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਲੋਕ ਆਪਣੇ ਆਪ ਨੂੰ ਜਿਹੜਾ ਠੱਗਿਆ ਹੋਇਆ ਮਹਿਸੂਸ ਕਰਦੇ ਆ ਅਤੇ ਇਹੀ ਕਹਿੰਦੇ ਆ ਕਿ ਸਾਨੂੰ ਹੀ ਜਿਹੜਾ ਦੇਸ਼ ਵਿਕਾਸ ਵਾਸਤੇ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ। You read about this paragraph and if you have any problem you can click a pic and send me and explain line by line once again. Next they give example of the Sardar Sarovar Dam. This is also easy paragraph for your self reading. ਸਿੰਚਾਈ ਸਾਧਨਾਂ ਦੇ
ਵਿਕਾਸ ਦੇ ਨਾਲ ਲੋਕਾਂ ਦੀ ਫਸਲ ਤਿਆਰ ਕਰਨ ਦਾ ਪੈਟਰਨ ਉਹ ਵੀ ਬਦਲ ਚੁੱਕਾ ਹੈ। ਪਹਿਲਾਂ ਲੋਕਾਂ ਵੱਲੋਂ ਸ਼ਿਫਟਿੰਗ ਕਲਟੀਵੇਸ਼ਨ ਕੀਤੀ ਜਾਂਦੀ ਸੀ ਜਾਂ ਸਿਰਫ ਉਹੀ ਫਸਲਾਂ ਤਿਆਰ ਕੀਤੀਆਂ ਜਾਂਦੀਆਂ ਜਿਹਦੇ ਨਾਲ ਉਹਨਾਂ ਦਾ ਆਪਣਾ ਗੁਜ਼ਾਰਾ ਹੋ ਸਕੇ। ਹੁਣ ਜਦੋਂ ਪਾਣੀ ਦੀ ਬਹੁਤਾਤ ਹੈ, ਪਾਣੀ ਦੀ ਮਾਤਰਾ ਸਾਡੇ ਕੋਲ ਅਵੇਲੇਬਲ ਆ, ਇਰੀਗੇਸ਼ਨ ਦੇ ਸਾਧਨ ਸਾਡੇ ਕੋਲ ਅਵੇਲੇਬਲ ਆ, ਵੈਲਸ ਆ, ਟਿਊਬਵੈਲਸ ਆ, ਹੁਣ ਲੋਕਾਂ ਵੱਲੋਂ ਇੰਟੈਂਸਿਵ ਅਤੇ ਕਮਰਸ਼ੀਅਲ ਕ੍ਰੋਪਸ ਜਿਹੜੀਆਂ ਉਗਾਈਆਂ ਜਾਂਦੀਆਂ। ਇੰਟੈਂਸਿਵ ਔਰ ਕਮਰਸ਼ੀਅਲ ਕ੍ਰੋਪਸ ਉਹ ਹੁੰਦੀਆਂ ਜਿਨ੍ਹਾਂ ਨੂੰ ਪਾਣੀ ਦੀ ਲੋੜ ਤੋਂ ਵੱਧ ਜ਼ਰੂਰਤ ਹੁੰਦੀ ਆ। ਮਤਲਬ ਆਮ ਜੋ ਸਾਡੀਆਂ ਅਨਾਜ ਵਾਲੀਆਂ ਫਸਲਾਂ ਜਾਂ ਜਿਨ੍ਹਾਂ ਫਸਲਾਂ ਨਾਲ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਹਾਂ, ਉਸ ਤੋਂ ਵੱਧ ਵੀ ਕਈ ਹਿੱਸੇ ਵੱਧ ਪਾਣੀ ਇਹਨਾਂ ਫਸਲਾਂ ਨੂੰ ਚਾਹੀਦਾ ਹੁੰਦਾ। ਕਮਰਸ਼ੀਅਲ ਕ੍ਰੋਪਸ ਜਿਵੇਂ ਕਿ ਕਮਾਦ ਹੋ ਗਿਆ, ਗੰਨਾ ਹੋ ਗਿਆ, ਕਪਾਹ ਹੋ ਗਈ, ਤੰਬਾਕੂ ਦੀ ਫਸਲ, ਟੀ ਲੀਵਸ, ਚਾਹ ਪੱਤੀ ਦੀ ਖੇਤੀ ਕੀਤੀ ਜਾਂਦੀ ਜੋ ਅਸਾਮ ਵਗੈਰਾ ਦੇ ਵਿੱਚ। ਅਜਿਹੀਆਂ ਸਾਰੀਆਂ ਫਸਲਾਂ ਦੀ ਕਮਰਸ਼ੀਅਲ ਤੌਰ 'ਤੇ ਪੈਦਾਵਾਰ ਦੇ ਵਿੱਚ ਕਾਫੀ ਵਾਧਾ ਹੋਇਆ, ਜਿਸ ਨਾਲ ਪਾਣੀ ਦਾ ਪਹਿਲਾਂ ਨਾਲੋਂ ਕਈ ਹਿੱਸੇ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਲਗਾਤਾਰ ਪਾਣੀ ਦੀ ਵਰਤੋਂ ਦੇ ਨਾਲ ਜ਼ਮੀਨ ਸਲੀਨੀਏਸ਼ਨ ਨਮਕੀਨ ਵਾਲੀ ਜਾਂ ਖਾਰੀ ਜ਼ਮੀਨ ਹੁੰਦੀ ਜਾ ਰਹੀ ਹੈ, ਜੋ ਕਿ ਇੱਕ ਮਿੱਟੀ ਦੇ ਪਤਨ ਦਾ ਕਾਰਨ ਹੈ। ਕਿ ਅਗਰ ਲਗਾਤਾਰ ਅਜਿਹੀ ਨਮਕੀਨੀ ਜ਼ਮੀਨ ਹੋਈ ਜਾਵੇ, ਖਾਰਾਪਨ ਇਹਦੇ ਵਿੱਚ ਵੱਧਦਾ ਜਾਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਫਸਲ ਇਹਦੇ ਵਿੱਚ ਨਹੀਂ ਉਗਾ ਸਕਾਂਗੇ। ਨਾਲ ਦੀ ਨਾਲ ਸੋਸ਼ਲ ਗੈਪ ਵਧਿਆ ਹੈ ਕਿ ਜਿਹੜੇ ਲੋਕਾਂ ਦੇ ਕੋਲ ਲੈਂਡ ਓਨਰ ਜ਼ਮੀਨ ਦੇ ਮਾਲਕ ਆ ਉਹ ਹੋਰ ਅਮੀਰ ਹੁੰਦੇ ਜਾ ਰਹੇ ਆ, ਔਰ ਜਿਹੜੇ ਲੈਂਡਲੈਸ ਪੂਅਰ ਆ, ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਨਹੀਂ ਆ, ਉਹ ਲੋਕ ਜਿਹੜਾ ਹੋਰ ਗਰੀਬ ਦੇ ਗਰੀਬ ਹੁੰਦੇ ਜਾ ਰਹੇ ਆ। ਐਵੀ ਸੀਨ ਦਾ ਡੈਮਸ ਡਿਡ ਕ੍ਰੀਏਟ, ਅਤੇ ਇਹਦੇ ਨਾਲ ਡੈਮਸ ਇੱਕ ਝਗੜੇ ਦਾ ਕਾਰਨ ਵੀ ਬਣਦੇ ਆ। ਮਤਲਬ ਹੁਣ ਇੱਥੇ ਇੱਕ ਡੈਮ ਲੱਗਾ ਹੈ, ਉਸ ਡੈਮ ਦੇ ਵਿੱਚੋਂ ਕੁਛ ਇੱਕ ਕਿਲੋਮੀਟਰ ਦਾ ਏਰੀਆ ਗੌਰਮੈਂਟ ਵੱਲੋਂ ਦਿੱਤਾ ਗਿਆ ਕਿ ਇਹਦੇ ਵਿੱਚੋਂ ਕਿਸਾਨਾਂ ਨੇ ਪਾਣੀ ਲਗਾਉਣਾ ਹੈ, ਇੱਥੇ ਫਿਸ਼ਿੰਗ ਦਾ ਕੰਮ ਕਰਨਾ ਹੈ ਜਾਂ ਬੋਟਸ ਸੀਲ ਕਰਨ ਵਾਸਤੇ ਆਪਾਂ ਇਹਨੂੰ ਯੂਜ਼ ਕਰਨਾ ਹੈ। ਹੁਣ ਅਗਰ ਇੰਨੇ ਕੁ ਪਾਣੀ ਦੇ ਉੱਪਰ 3 ਜਾਂ 4 ਲੋਕਾਂ ਨੂੰ ਛੱਡ ਦਿੱਤਾ ਜਾਵੇ, ਇਹ ਹਮੇਸ਼ਾ ਇਹਦੀ ਵਰਤੋਂ ਨੂੰ ਲੈ ਕੇ ਆਪਸ ਵਿੱਚ ਝਗੜਦੇ ਰਹਿਣਗੇ। ਹੁਣ ਆਪਾਂ ਪੰਜਾਬ ਅਤੇ ਹਰਿਆਣੇ ਦਾ ਵੇਖੀਏ, ਪੰਜਾਬ ਅਤੇ ਹਰਿਆਣਾ ਦਾ ਸਾਂਝਾ ਪ੍ਰੋਜੈਕਟ ਭਾਖੜਾ ਨੰਗਲ ਡੈਮ, ਇਹਦੀ ਪਾਣੀ ਨੂੰ ਲੈ ਕੇ ਵੀ ਦੋਨਾਂ ਸਟੇਟਸ ਦੇ ਵਿੱਚ ਇੰਟਰਸਟੇਟ ਇੱਕ ਕੌਨਫਲਿਕਟ ਝਗੜਾ ਪੈਦਾ ਹੋਇਆ ਹੈ ਕਿ ਹਰਿਆਣਾ ਪੰਜਾਬ ਦੇ ਪਾਣੀ ਦੇ ਉੱਪਰ ਸਤਲੁਜ ਬਿਆਸ ਦਾ ਪਾਣੀ ਆ ਉਸ ਨੂੰ ਕਹਿੰਦਾ ਕਿ ਸਾਨੂੰ ਮਿਲਣਾ ਚਾਹੀਦਾ ਹੈ, ਰਾਜਸਥਾਨ ਕਹਿੰਦਾ ਕਿ ਇਹ ਪਾਣੀ ਸਾਨੂੰ ਮਿਲਣਾ ਚਾਹੀਦਾ ਹੈ। ਇਹਨਾਂ ਨੂੰ ਲੈ ਕੇ ਫਿਰ ਝਗੜਾ ਪੈਦਾ ਹੋ ਜਾਂਦਾ ਹੈ, ਜਿਸ ਨਾਲ ਇਕਨੋਮਿਕਲ ਨੁਕਸਾਨ ਦੇ ਨਾਲ ਨਾਲ ਕਈ ਵਾਰ ਲਾਈਫ ਦਾ ਨੁਕਸਾਨ, ਮਤਲਬ ਰੀਅਟਸ ਅਗਰ ਦੰਗੇ ਵਗੈਰਾ ਹੋ ਜਾਣ ਤਾਂ ਫਿਰ ਜ਼ਿੰਦਗੀਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ। ਨੈਕਸਟ ਇੱਥੇ ਉਹਨਾਂ ਐਗਜ਼ਾਮਪਲ ਦਿੱਤੀ ਅਜਿਹੇ ਕੁਝ ਐਗੀਟੇਸ਼ਨ ਦੀ ਅੰਦੋਲਨਾਂ ਦੀ। ਗੁਜਰਾਤ ਸਾਬਰਮਤੀ ਬੇਸਿਨ ਫਾਰਮਰ ਵਾਰ ਐਗੀਟੇਟਡ ਐਂਡ ਆਲਮੋਸਟ ਕੌਜ਼ ਏ ਰੀਅਡ, ਕਿ ਗੁਜਰਾਤ ਵਿੱਚ ਕਿਸਾਨਾਂ ਨੇ ਅੰਦੋਲਨ ਕੀਤਾ, ਲਗਭਗ ਦੰਗੇ ਵੀ ਕੀਤੇ। ਹਰ ਪ੍ਰੋਜੈਕਟ ਗਿਵਨ ਟੂ ਵਾਟਰ ਸਪਲਾਈ, ਕਹਿੰਦੇ ਕਿਉਂਕਿ ਇੱਥੇ ਜਦੋਂ ਕਿਸਾਨਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਸਮੇਂ ਸ਼ਹਿਰੀ ਏਰੀਏ ਸੀ ਜੋ ਗੁਜਰਾਤ ਦੇ ਸਾਬਰਮਤੀ ਦੇ ਉਹਨਾਂ ਇਲਾਕਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਸੀ। ਕਿ ਕਿਸਾਨਾਂ ਦਾ ਕਹਿਣਾ ਕਿ ਪਾਣੀ ਤਾਂ ਸਾਨੂੰ ਚਾਹੀਦਾ ਕਿ ਸਾਡੀਆਂ ਫਸਲਾਂ ਵਾਸਤੇ ਸੋਕਾ ਪਿਆ, ਪਰ ਫੈਕਟਰੀਆਂ ਦੀ ਲੋੜ, ਸ਼ਹਿਰੀਆਂ ਦੀ ਲੋੜ ਪੂਰੀ ਕਰਨ ਵਾਸਤੇ ਕਿਸਾਨਾਂ ਤੋਂ ਜ਼ਿਆਦਾ ਪਾਣੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਸੀ। ਇੰਟਰਸਟੇਟ ਵਾਟਰ ਆਪਾਂ ਪਹਿਲਾਂ ਐਗਜ਼ਾਮਪਲ ਲੈ ਲਈ ਕਿ ਸਾਡੇ ਜਿਵੇਂ ਕਿ ਪੰਜਾਬ ਹਰਿਆਣਾ ਦੇ ਵਿੱਚ ਆਪਸੀ ਝਗੜਾ ਚੱਲਦਾ ਪਿਆ ਹੈ ਪਾਣੀ ਨੂੰ ਲੈ ਕੇ। ਇਸ ਪੈਰਾਗ੍ਰਾਫ ਦੇ ਵਿੱਚ ਵੀ ਇੰਟਰਸਟੇਟ ਕੌਨਫਲਿਕਟ ਦੀ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਜੋ ਸੰਘਰਸ਼ ਜਾਂ ਝਗੜਾ ਹੈ ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿਚਕਾਰ। ਮਹਾਰਾਸ਼ਟਰ ਵੱਲੋਂ ਹੁਣ ਕ੍ਰਿਸ਼ਨਾ ਗੋਦਾਵਰੀ ਨਦੀ 'ਤੇ ਮਲਟੀਪਰਪਸ ਪ੍ਰੋਜੈਕਟ ਤਿਆਰ ਕੀਤਾ ਹੈ, ਜਿਸ ਦੇ ਨਾਲ ਆਂਧਰਾ ਪ੍ਰਦੇਸ਼ ਔਰ ਕਰਨਾਟਕਾ ਜਿਹੜੀਆਂ ਸਟੇਟਸ ਆ ਇਹਨਾਂ ਨੂੰ ਪਾਣੀ ਦਾ ਡਾਊਨ ਸਟਰੀਮ ਅੱਗੇ ਜਾਣ ਦਾ ਲੈਵਲ ਘੱਟ ਗਿਆ ਹੈ, ਜਿਸ ਨਾਲ ਇਹਨਾਂ ਦੇ ਵਿਚਕਾਰ ਝਗੜਾ ਪੈਦਾ ਹੋਇਆ ਹੈ। ਪਾਣੀ ਦਾ ਫਲੋ ਘਟਣ ਦੇ ਨਾਲ ਇਹਨਾਂ ਨੂੰ ਖੇਤੀਬਾੜੀ ਅਤੇ ਇੰਡਸਟਰੀਜ਼ ਜੋ ਇਹਨਾਂ ਦੇ ਉਦਯੋਗਾਂ ਦੀਆਂ ਲੋੜਾਂ ਉਹਨਾਂ ਦੀ ਪੂਰਤੀ ਨਹੀਂ ਹੋ ਰਹੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ, ਕਹਿੰਦੇ ਮੋਸਟਲੀ ਇਹਨਾਂ ਪ੍ਰੋਜੈਕਟ ਦਾ ਵਿਰੋਧ ਦਾ ਇੱਕ ਕਾਰਨ ਹੋਰ ਵੀ ਹੋ ਜਾਂਦਾ ਕਿ ਜਿਹੜੇ ਉਦੇਸ਼ਾਂ ਨੂੰ ਲੈ ਕੇ, ਮਤਲਬ ਜਿਹੜੇ ਏਮ ਮੰਨ ਕੇ ਚੱਲੇ ਜਾਂਦੇ ਕਿ ਅਸੀਂ ਇਸ ਕੰਮ ਵਾਸਤੇ ਇਸ ਪ੍ਰੋਜੈਕਟ ਨੂੰ ਯੂਜ਼ ਕਰਾਂਗੇ, ਅਖੀਰ 'ਤੇ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਜਾਂਦਾ ਹੈ ਆਪਣੇ ਜੋ ਵੀ ਇਹਦੇ ਉਦੇਸ਼ ਹੁੰਦੇ, ਟੀਚੇ ਹੁੰਦੇ ਆ, ਉਹਨਾਂ ਨੂੰ ਗੋਲਸ ਨੂੰ ਇਹ ਪੂਰਾ ਨਹੀਂ ਕਰ ਪਾਉਂਦਾ। ਮਤਲਬ ਕੋਈ ਪ੍ਰੋਜੈਕਟ ਬਣਾਇਆ ਗਿਆ ਕਿ ਇਸ ਇਲਾਕੇ ਦੇ ਵਿੱਚ ਹੜ੍ਹ ਆ ਜਾਂਦੇ, ਹੜ੍ਹਾਂ ਦੇ ਪਾਣੀ ਨੂੰ ਅਸੀਂ ਰੋਕਣਾ ਹੈ। ਅਖੀਰ ਜਦੋਂ ਪ੍ਰੋਜੈਕਟ ਬਣ ਜਾਂਦਾ ਹੈ ਪਰ ਉਸ ਪ੍ਰੋਜੈਕਟ ਦੇ ਬਣਨ ਦੇ ਬਾਵਜੂਦ ਵੀ ਉਸ ਇਲਾਕੇ ਦੇ ਵਿੱਚ ਹੜ੍ਹ ਆ ਜਾਵੇਗਾ, ਫਿਰ ਇਹੀ ਮੰਨਿਆ ਜਾਏਗਾ ਇਹ ਆਪਣਾ ਪ੍ਰੋਜੈਕਟ ਕੰਮ ਵਿੱਚ ਸਫਲ ਨਹੀਂ ਹੋਇਆ, ਇਹਨੂੰ ਅਨਸਕਸੈਸਫੁਲ ਹੈ, ਇਹਦੇ ਫਿਰ ਹੜ੍ਹਾਂ ਨੂੰ ਰੋਕਣ ਵਾਸਤੇ ਪੂਰੀ ਤਰ੍ਹਾਂ ਸਮਰੱਥ ਨਹੀਂ ਆ। ਅਗਰ ਬਿਜਲੀ ਬਣਾਉਣ ਵਾਸਤੇ ਕੋਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਬਿਜਲੀ ਦੀ ਪੈਦਾਵਾਰ ਨਹੀਂ ਵਧੀ ਕੁਝ ਕਾਰਨਾਂ ਦੇ ਕਰਕੇ, ਜਾਂ ਇਰੀਗੇਸ਼ਨ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ, ਸਿੰਜਾਈ ਵਾਸਤੇ ਪਾਣੀ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ, ਫਿਰ ਇਹੀ ਮੰਨਿਆ ਜਾਏਗਾ ਇਹ ਪ੍ਰੋਜੈਕਟ ਜਿਹੜੇ ਕੰਮਾਂ ਵਾਸਤੇ ਬਣਾਏ ਗਏ ਸੀ ਉਹਨਾਂ ਉਦੇਸ਼ਾਂ ਨੂੰ, ਟੀਚਿਆਂ ਨੂੰ ਪੂਰਾ ਕਰਨ ਵਾਸਤੇ ਇਹ ਪੂਰੀ ਤਰ੍ਹਾਂ ਅਸਫਲ ਹੋ ਚੁੱਕੇ ਆ।
ਇੱਥੇ ਉਹਨਾਂ ਗੁਜਰਾਤ ਦੀ ਐਗਜ਼ਾਮਪਲ ਦਿੱਤੀ ਹੈ ਸਾਨੂੰ, ਮਹਾਰਾਸ਼ਟਰ ਗੁਜਰਾਤ ਦੀ, ਕਿ 2006 ਦੇ ਵਿੱਚ ਡੈਮਸ ਤੋਂ ਪਾਣੀ ਰਿਲੀਜ਼ ਕਰਨ ਦਾ ਕਰਕੇ ਕਿਵੇਂ ਇਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਆ ਗਏ ਸੀ। ਡੈਮਸ ਤੋਂ ਪਾਣੀ ਹੁਣ ਕਿਉਂ ਛੱਡਿਆ ਜਾਂਦਾ ਹੈ? ਮੰਨ ਲਓ ਆਪਣੇ ਕੋਲ ਇੱਕ ਗੁਬਾਰਾ ਹੈ, ਉਹਦੀ ਇੱਕ ਕਪੈਸਿਟੀ ਆ ਕਿ ਇਸ ਦੇ ਵਿੱਚ ਇੰਨੀ ਆਪਾਂ ਏਅਰ ਫਿਲ ਕਰ ਸਕਦੇ ਹਾਂ। ਅਗਰ ਆਪਾਂ ਲੋੜ ਤੋਂ ਵੱਧ ਉਹਦੇ ਵਿੱਚ ਏਅਰ ਫਿਲ ਕਰੀ ਜਾਵਾਂਗੇ ਤਾਂ ਉਸ ਦਾ ਰਿਜ਼ਲਟ ਸਾਨੂੰ ਪਤਾ ਹੈ ਕਿ ਇਸ ਨੇ ਜਿਹੜਾ ਫਟ ਜਾਣਾ ਹੈ। ਇਸੇ ਤਰੀਕੇ ਦੇ ਨਾਲ ਹੁਣ ਮੰਨ ਲਓ ਸਾਡੇ ਕੋਲ ਇਹ ਡੈਮ ਆ, ਇਸ ਡੈਮ ਦੀ ਕੁਆਂਟਿਟੀ ਆ ਕਿ ਇਸ ਦੇ ਵਿੱਚ ਤੁਸੀਂ 2000 ਲੀਟਰ ਜਾਂ 2 ਲੱਖ ਪਾਣੀ ਜਿਹੜਾ 2 ਲੱਖ ਲੀਟਰ ਪਾਣੀ ਜਮ੍ਹਾਂ ਕਰ ਸਕਦੇ ਜੀ। ਅਗਰ ਹੁਣ 2 ਲੱਖ ਲੀਟਰ ਤੋਂ ਜ਼ਿਆਦਾ ਵੀ ਲਗਾਤਾਰ ਬਾਰਿਸ਼ ਹੋਈ ਜਾ ਰਹੀ ਹੈ, ਪਿੱਛੋਂ ਪਾਣੀ ਆਈ ਜਾ ਰਿਹਾ ਹੈ, ਅਤੇ ਫਿਰ ਕੀ ਹੋਏਗਾ? ਆਪਾਂ ਇਹਦੇ ਵਿੱਚ ਇਹਦੀ ਜੋ ਨਿਸ਼ਚਿਤ ਕੀਤੀ ਕੁਆਂਟਿਟੀ ਹੈ ਉਸ ਤੋਂ ਵੱਧ ਪਾਣੀ ਸਟੋਰ ਨਹੀਂ ਕਰ ਸਕਦੇ। ਅਗਰ ਪਾਣੀ ਸਟੋਰ ਕਰਾਂਗੇ, ਜੋ ਵੀ ਇਹਦੀਆਂ ਵਾਲਸ ਵਗੈਰਾ ਇਹ ਟੁੱਟਣੀਆਂ ਸ਼ੁਰੂ ਹੋ ਜਾਣਗੀਆਂ। ਟੁੱਟਣ ਦੇ ਨਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੜ੍ਹ ਆ ਜਾਏਗਾ, ਪੂਰੀ ਤਬਾਹੀ ਹੋ ਸਕਦੀ ਆ। ਫਿਰ ਇਸ ਸਿਚੁਏਸ਼ਨ ਤੋਂ ਬਚਣ ਵਾਸਤੇ ਕੀ ਕੀਤਾ ਜਾਂਦਾ ਹੈ ਕਿ ਗੇਟਸ ਬਣਾਏ ਜਾਂਦੇ ਆ, ਜਿਨ੍ਹਾਂ ਨੂੰ ਆਪਾਂ ਫਲੱਡ ਗੇਟਸ ਬੋਲਦੇ ਹਾਂ। ਫਲੱਡ ਗੇਟਸ ਖੋਲ੍ਹ ਦਿੱਤੇ ਜਾਂਦੇ ਆ। ਫਲੱਡ ਗੇਟਸ ਉਦੋਂ ਹੀ ਖੋਲ੍ਹੇ ਜਾਂਦੇ ਮਤਲਬ ਜੇ ਮੰਨ ਲਿਆ ਜਾਵੇ ਕਿ ਇਸ ਡੈਮ ਦੀ ਜਿਹੜੀ ਕਪੈਸਿਟੀ ਆ ਕਿ ਇਹ ਜਿਹੜਾ 50 ਮੀਟਰ ਤੱਕ ਪਾਣੀ ਰੱਖ ਸਕਦਾ ਹੈ। ਅਗਰ 50 ਮੀਟਰ ਤੋਂ ਪਾਣੀ ਦਾ ਲੈਵਲ ਉੱਪਰ ਰੇਜ਼ ਹੋਣਾ ਸ਼ੁਰੂ ਹੋ ਜਾਏ, ਫਿਰ ਇਹਦੇ ਫਲੱਡ ਗੇਟਸ ਖੋਲ੍ਹ ਦਿੱਤੇ ਜਾਣਗੇ, ਜਿਸ ਨਾਲ ਵਾਧੂ ਪਾਣੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਫੈਲ ਜਾਵੇਗਾ। ਆਪਾਂ ਆਪਣੇ ਪੰਜਾਬ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਜਦੋਂ ਪਿਛਲੇ ਸਾਲ ਪੰਜਾਬ ਦੇ ਵਿੱਚ ਹੜ੍ਹ ਆਏ ਸੀ। ਹੁਣ ਪੰਜਾਬ ਦੇ ਵਿੱਚ ਲਗਾਤਾਰ ਇੰਨੀ ਬਾਰਿਸ਼ ਨਹੀਂ ਹੋਈ ਕਿ ਜਿਸ ਦੇ ਨਾਲ ਹੜ੍ਹਾਂ ਦੀ ਸਿਚੁਏਸ਼ਨ ਆ ਜਾਂਦੀ। ਹੜ੍ਹ ਆਏ ਕਿਵੇਂ ਕਿ ਭਾਖੜਾ ਨੰਗਲ ਡੈਮ ਦੇ ਵਿੱਚ ਲਗਾਤਾਰ ਪਿੱਛੋਂ ਪਾਣੀ ਪਹਾੜਾਂ ਤੋਂ ਜ਼ਿਆਦਾ ਆ ਰਿਹਾ ਸੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਜ਼ਿਆਦਾ ਹੋ ਰਹੀ ਜਾਂ ਹੋਰ ਮਾਊਂਟੇਨ ਏਰੀਏ ਦੇ ਵਿੱਚ ਲਗਾਤਾਰ ਬਾਰਿਸ਼ ਜ਼ਿਆਦਾ ਹੋਣ ਦਾ ਕਰਕੇ ਪਾਣੀ ਡੈਮਸ ਦੇ ਵਿੱਚ ਜ਼ਿਆਦਾ ਹੋ ਗਿਆ। ਉਸ ਪਾਣੀ ਦਾ ਲੈਵਲ ਘੱਟ ਕਰਨ ਵਾਸਤੇ ਜਦੋਂ ਗੇਟਸ ਖੋਲ੍ਹੇ ਗਏ, ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੜ੍ਹ ਆ ਗਏ, ਜਿਹਦੀ ਜੋ ਰਿਜ਼ਲਟ ਨਿਕਲਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਇਸ ਤਰ੍ਹਾਂ ਜੋ ਡੈਮਸ ਬਣਾਏ ਜਾਂਦੇ ਆ, ਜਦੋਂ ਆਪਣੇ ਕੰਮਾਂ ਦੇ ਵਿੱਚ ਇਹ ਪੂਰੇ ਲੋਕਾਂ ਦੇ ਸਾਹਮਣੇ ਪਤਾ ਕਿ ਇਸ ਸਟੇਟਸ ਦੇ ਵਿੱਚ ਡੈਮ ਬਣਾਇਆ ਗਿਆ ਸੀ, ਆਪਣੇ ਕੰਮਾਂ ਦੇ ਵਿੱਚ ਜਾਂ ਗੋਲਸ ਦੇ ਵਿੱਚ ਉਹ ਸਕਸੈਸਫੁਲ ਨਹੀਂ ਹੋਇਆ। ਜਦੋਂ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਜਾਂ ਲੋਕਾਂ ਦੇ ਕੋਲ ਡੈਮਸ ਬਣਾਉਣ ਦੀ ਗੱਲ ਕੀਤੀ ਜਾਂਦੀ, ਉਹ ਲੋਕ ਇਸ ਦਾ ਵਿਰੋਧ ਕਰਦੇ ਆ ਕਿ ਇਸ ਜਗ੍ਹਾ 'ਤੇ ਤੁਸੀਂ ਆਪਣਾ ਡੈਮ ਤਿਆਰ ਕੀਤਾ ਗਿਆ ਸੀ, ਉਹਦੇ ਤੁਹਾਡਾ ਜਿਹੜਾ ਸਫਲ ਨਹੀਂ ਹੋਇਆ, ਉਹਦਾ ਲੋਕਾਂ ਨੂੰ ਫਾਇਦਾ ਨਹੀਂ ਹੋਏਗਾ। ਇਹ ਤੁਸੀਂ ਸਾਡੀਆਂ ਜ਼ਮੀਨਾਂ ਲੈ ਲੈਣੀਆਂ, ਸਾਨੂੰ ਬੇਘਰੇ ਕਰ ਦੇਣਾ, ਅਤੇ ਇਹਦਾ ਵੀ ਕੀ ਪਤਾ ਸਾਨੂੰ ਕੋਈ ਫਾਇਦਾ ਹੋਣਾ ਹੈ ਜਾਂ ਨਹੀਂ ਹੋਣਾ। ਇਹਨਾਂ ਕਾਰਨਾਂ ਕਰਕੇ ਲੋਕਾਂ ਵੱਲੋਂ ਡੈਮਸ ਦਾ ਵਿਰੋਧ ਕੀਤਾ ਜਾਂਦਾ ਹੈ। ਸੋ ਥੈਂਕਸ। I tried every time to give my best, and if you have any problem you can ask me, and if there is any problem related to my language, related to discussion, related to explanation, you can ask me and I can try to work upon your advice. Thanks। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।